ਸ਼੍ਰੀ ਅੰਗਦ ਸੁਣਿਐ ਇਤਿਹਾਸਾ, ਵਹਿਰ ਨਗਰ ਬੈਠੇ ਸੁਖ ਰਾਸਾ। ਹੋਤ ਪਠਾਨ ਤਹਾਂ ਕੋ ਰਾਜਾ, ਘਰ ਘਰ ਬੋਹਰ ਬਜਾਵੈ ਬਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬਨਵਾਜ ਸਤਿਗੁਰੂ ਜੀ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਤ ਸੰਗਤ ਦੀਆਂ ਇਹ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਕੇ ਕੀਰਤਨੀਆਂ ਨੇ ਭਗਤ ਕਬੀਰ ਸਾਹਿਬ ਜੀ ਦੇ ਇਹ ਪਿਆਰ ਭਿੰਨੇ ਬਚਨ ਆਪ ਜੀ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਾਏ ਨੇ। ਮਾਧੋ ਜਲ ਕੀ ਪਿਆਸ ਨ ਜਾਏ, ਜਲ ਬਿਨ ਅਗਨ ਉੱਠੀ ਅਧਕਾਏ। ਜਿਗਿਆਸੂ ਦੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਜੋ ਤੜਫ ਹੈ, ਖਿੱਚ ਹੈ, ਬਿਰੋਹ ਹੈ, ਉਸ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਜੀ ਨੇ ਕੀਤਾ ਹੈ ਕਿ ਇਹ ਮਾਇਆ ਦੇ ਮਾਲਕ ਵਾਹਿਗੁਰੂ ਜੀ, ਮੇਰੇ ਮਨ ਵਿੱਚ ਤੁਹਾਡੇ ਨਾਮ ਜਲ ਨੂੰ ਪ੍ਰਾਪਤ ਕਰਨ ਦੀ ਜੋ ਭੁੱਖ ਹੈ, ਜੋ ਪਿਆਸ ਹੈ, ਉਹ ਮਿਟਦੀ ਨਹੀਂ ਹੈ। ਸਗੋਂ ਜਿਉਂ-ਜਿਉਂ ਮੈਂ ਨਾਮ ਨਾਲ ਜੁੜਦਾ ਹਾਂ, ਇਹ ਪਿਆਸ ਹੋਰ ਵੱਧਦੀ ਚਲੀ ਜਾਂਦੀ ਹੈ। ਇਹ ਵਾਹਿਗੁਰੂ ਜੀਓ, ਜਿਵੇਂ ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਹੁੰਦੀ ਹੈ, ਜਿਵੇਂ ਇੱਕ ਪੰਛੀ ਜਿਹੜਾ ਉਹ ਦਰਖਤ 'ਤੇ ਬੈਠ ਕੇ ਦਰਖਤ ਨਾਲ ਪਿਆਰ ਕਰਦਾ ਹੈ, ਜਿਵੇਂ ਇੱਕ ਤੋਤਾ ਜਿਹੜਾ ਉਹ ਪਿੰਜਰੇ ਵਿੱਚ ਹੁੰਦਾ ਹੈ, ਪਿੰਜਰੇ ਵਿੱਚ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਬਿਲਕੁਲ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ, ਜਮ ਮਜ਼ਾਰ ਕਹਾਂ ਕਰੇ ਕੋ ਮੋਰ। ਮਜ਼ਾਰ ਦਾ ਅਰਥ ਹੈ ਬਿੱਲਾ। ਜਮ ਰੂਪ ਇਹ ਬਿੱਲਾ ਜਿਹੜਾ ਹੈ, ਮੇਰਾ ਕੀ ਵਿਗਾੜ ਸਕਦਾ ਹੈ। ਤੂੰ ਸਤਿਗੁਰ ਹੋ ਨਉ ਤਨ ਚੇਲਾ, ਕਹਿ ਕਬੀਰ ਮੇਰੇ ਅੰਤ ਕੀ ਬੇਲਾ। ਤੁਸੀਂ ਮੇਰੇ ਗੁਰੂ ਹੋ, ਤੁਸੀਂ ਮੇਰੇ ਮਾਲਕ ਹੋ, ਤੇ ਮੈਂ ਤੁਹਾਡਾ ਇੱਕ ਨਵਾਂ ਜਿਹਾ ਛੋਟਾ ਜਿਹਾ ਸੇਵਕ ਹਾਂ। ਨਉਤਨ ਦਾ ਅਰਥ ਹੈ ਨਵਾਂ, ਅਣਜਾਣ ਜਿਹਾ ਤੁਹਾਡਾ ਸੇਵਕ ਹਾਂ, ਤੇ ਕਿਰਪਾ ਕਰਕੇ ਮੈਨੂੰ ਇਸ ਜ਼ਿੰਦਗੀ ਅੰਦਰ ਆਖਰੀ ਸਮੇਂ ਤੁਸੀਂ ਮਿਲ ਪਾਓ। ਅਰਦਾਸ ਰੂਪ ਵਿੱਚ ਜੋ ਆਪਣੇ ਮਨ ਦੀ ਬਿਰੋਹ ਹੈ, ਭਗਤ ਕਬੀਰ ਸਾਹਿਬ ਜੀ ਨੇ ਵਾਹਿਗੁਰੂ ਜੀ ਦੇ ਚਰਨਾਂ 'ਚ ਪ੍ਰਗਟ ਕੀਤੀ ਹੈ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਮਾਣ ਰਹੇ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਇਹ ਆਪ ਜੀ ਵਾਰਤਾ ਸਰਵਣ ਕਰ ਰਹੇ ਸੀ ਕਿ ਗੁਰੂ ਸਾਹਿਬ ਜੀ ਲਾਹੌਰ ਤੋਂ ਚੱਲਦੇ ਹੋਏ, ਪਿੰਡਾਂ 'ਚ ਵਿਚਰਦੇ ਹੋਏ ਇੱਕ ਸਥਾਨ 'ਤੇ ਪਹੁੰਚੇ, ਜਿਸੇ ਸਤਿਗੁਰੂ ਜੀ ਨੂੰ ਕੁਝ ਰੱਬ ਦੇ ਪਿਆਰੇ ਸਾਧੂ ਸੰਤ ਮਿਲੇ ਨੇ। ਉਹਨਾਂ ਨਾਲ ਚਰਚਾ ਹੋਈ ਹੈ, ਉਹਨਾਂ ਨੇ ਰੱਬ ਦੀ ਗੱਲ ਪੁੱਛੀ ਹੈ, ਸਤਿਗੁਰੂ ਜੀ ਨੇ ਗਿਆਨ ਦਿੱਤਾ ਹੈ। ਉੱਥੋਂ ਉੱਠ ਕੇ ਸਤਿਗੁਰੂ ਜੀ ਏਮਨਾਬਾਦ ਨਗਰ ਵਿੱਚ ਆ ਪਹੁੰਚੇ ਨੇ। ਏਮਨਾਬਾਦ ਇੱਕ ਇਤਿਹਾਸਕ ਨਗਰੀ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਜਿਸ ਵੇਲੇ ਆਪਣੇ ਪ੍ਰਚਾਰਕ ਦੌਰਿਆਂ 'ਤੇ ਚੱਲੇ ਸਨ, ਉਦੋਂ ਸਭ ਤੋਂ ਪਹਿਲਾਂ ਏਮਨਾਬਾਦ ਭਾਈ ਲਾਲੋ ਜੀ ਦੇ ਘਰ ਵਿੱਚ ਪਹੁੰਚੇ ਸਨ। ਮਲਕ ਭਾਗੋ ਦੇ ਨਾਲ ਸਤਿਗੁਰੂ ਜੀ ਦੀ ਉਦੋਂ ਵਾਰਤਾ ਹੋਈ ਸੀ। ਉਸੇ ਏਮਨਾਬਾਦ ਨਗਰੀ ਵਿੱਚ ਗੁਰੂ ਸਾਹਿਬ ਜੀ ਫਿਰ ਆ ਬਿਰਾਜੇ ਨੇ। ਜੋ ਇੱਥੇ ਦੀਆਂ ਘਟਨਾਵਾਂ ਨੇ, ਜੋ ਇੱਥੇ ਹਾਲਾਤ ਵਾਪਰਨਗੇ, ਇਹ ਵਾਰਤਾ ਆਪ ਜੀ ਅਗਰ ਸਰਵਣ ਕਰੋਗੇ। ਆਓ ਮਨ ਚਿਤ ਕਰਕੇ ਇਕਾਗਰ ਹੁੰਦੇ ਹਾਂ ਗੁਰੂ ਕੀ ਕਥਾ ਸਰਵਣ ਕਰਨ ਦੇ ਲਈ ਮੁਖ ਤੋਂ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼੍ਰੀ ਅੰਗਦ ਸੁਣਿਐ ਇਤਿਹਾਸਾ, ਵਹਿਰ ਨਗਰ ਬੈਠੇ ਸੁਖ ਰਾਸਾ। ਨਾਮਯੋਗ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਇਸ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਲਿਖਿਆ ਹੈ ਕਿ ਇਹ ਇਤਿਹਾਸ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਖੰਡੂਰ ਸਾਹਿਬ ਜੀ ਵਿੱਚ ਬੈਠ ਕੇ ਸੁਣਾ ਰਹੇ ਨੇ। ਉਹ ਕਹਿ ਰਹੇ ਕਿ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਅੱਗੇ ਸਰਵਣ ਕਰੋ। ਸਤਿਗੁਰੂ ਜੀ ਏਮਨਾਬਾਦ ਨਗਰ ਦੇ ਬਾਰ-ਬਾਰ ਆ ਕੇ ਬੈਠ ਗਏ। ਹੋਤ ਪਠਾਨ ਤਹਾਂ ਕੋ ਰਾਜਾ, ਘਰ ਘਰ ਬੋਹਰ ਬਜਾਵੈ ਬਾਜਾ। ਉਸ ਇਲਾਕੇ ਦਾ ਹਾਕਮ ਇੱਕ ਪਠਾਨ ਸੀ। ਉਹਦੇ ਘਰ ਵਿੱਚ ਕੋਈ ਖੁਸ਼ੀਆਂ ਦਾ ਸਮਾਗਮ ਸੀ। ਬੜੇ ਵਾਜੇ ਵੱਜ ਰਹੇ ਸਨ, ਖੁਸ਼ੀਆਂ ਦੇ ਸਾਜ਼ ਵੱਜ ਰਹੇ ਸਨ। ਅਦਕ ਬਹਾਏ ਤਿਸ ਦਿਨ ਪੁਰ ਮਾਹੀ, ਕਰਤ ਕੋਲਾਹਲ ਉਰ ਹਰ ਖਾਹੀ। ਕਵੀ ਜੀ ਕਹਿੰਦੇ ਕਿ ਉਸ ਦਿਨ ਉਸ ਨਗਰ ਵਿੱਚ ਕਈ ਵਿਆਹ ਸਨ। ਏਮਨਾਬਾਦ ਨਗਰ ਵੱਡਾ ਸੀ
ਤੇ ਵਿਆਹਾਂ ਦੇ ਦਿਨ ਸਨ, ਬਹੁਤ ਸਾਰੇ ਇਕੱਠੇ ਵਿਆਹ ਸਨ, ਸਾਰੇ ਨਗਰ ਦੇ ਵਿੱਚ ਵਾਜੇ ਵੱਜ ਰਹੇ ਨੇ, ਬੜਾ ਉਤਸ਼ਾਹ ਹੈ, ਖੁਸ਼ੀਆਂ ਹਨ। ਗਾਵਹਿ ਨਾਚਹਿ ਮਾਚੈ ਰੰਗਾ ਆਤੋਤ ਸਭ ਮਹਿ ਰਹੇ ਉਮੰਗਾ। ਵਿਆਹ ਮਨੁੱਖ ਦੀ ਜ਼ਿੰਦਗੀ ਦਾ ਇੱਕ ਅਹਿਮ ਸਮਾਂ ਹੁੰਦਾ ਹੈ, ਜਦੋਂ ਉਹ ਗ੍ਰਸਤ ਦੀ ਜ਼ਿੰਦਗੀ ਨੂੰ ਸ਼ੁਰੂ ਕਰਦਾ ਹੈ। ਔਰ ਇਹ ਕਾਰਜ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਸ਼ੁਰੂ ਹੋਣਾ ਚਾਹੀਦਾ ਹੈ, ਲੇਕਿਨ ਮਨੁੱਖ ਦਾ ਇੱਕ ਸਿਸਟਮ ਬਦਲ ਗਿਆ, ਇੱਕ ਤਰੀਕਾ ਬਦਲ ਗਿਆ। ਵਿਆਹਾਂ ਤੇ ਭੰਗੜੇ ਪਾਉਣੇ, ਸ਼ਰਾਬਾਂ ਪੀਣੀਆਂ। ਦਰਅਸਲ ਇਹ ਵਿਆਹਾਂ ਨਾਲ ਇਹਨਾਂ ਚੀਜ਼ਾਂ ਦਾ ਸੰਬੰਧ ਕੋਈ ਨਹੀਂ ਹੈ। ਇਹ ਕਦੋਂ ਕਰਦੇ ਸਨ ਲੋਕ? ਜਦੋਂ ਜੇ ਸਮਾਜ ਡਿਵੈਲਪ ਨਹੀਂ ਸੀ ਹੋਇਆ, ਲੋਕੀ ਧੀਆਂ ਭੈਣਾਂ ਨੂੰ ਜਿੱਤ ਕੇ ਲਿਆਉਂਦੇ ਸਨ ਜਾਂ ਚੁੱਕ ਕੇ ਲਿਆਉਂਦੇ ਸਨ, ਉਦੋਂ ਕਿਤੇ ਵਾਜੇ ਗਾਜੇ ਜਿੱਤ ਦੇ ਵਜਾਉਂਦੇ ਹੁੰਦੇ ਸਨ। ਪਰ ਕਿਉਂਕਿ ਉਹ ਪਰੰਪਰਾਵਾਂ ਉਵੇਂ ਹੀ ਚੱਲ ਪਈਆਂ, ਸਾਡੇ ਸਮਾਜ ਵਿੱਚ ਅਜੇ ਵੀ ਲੜਕੇ ਵਾਲੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਲੜਕੀ ਵਾਲਿਆਂ ਦੇ ਉੱਪਰ ਉਹ ਆਪਣੇ ਆਪ ਨੂੰ ਜੇਤੂ ਸਮਝਦੇ ਨੇ, ਭੰਗੜੇ ਪਾਉਂਦੇ ਨੇ, ਇਸੇ ਤਰੀਕੇ ਨਾਲ ਸ਼ਰਾਬਾਂ ਪੀਂਦੇ ਨੇ। ਹੁਣ ਵਿਆਹਾਂ ਤੇ ਸ਼ਰਾਬਾਂ ਦਾ ਅਰਥ ਤਾਂ ਕੋਈ ਨਹੀਂ ਹੈ। ਖੁਸ਼ੀ ਮਨਾਉਣ ਦੇ ਬਹੁਤ ਵਧੀਆ ਤਰੀਕੇ ਨੇ। ਖੁਸ਼ੀ ਮਨਾਉਂਦੇ ਆ, ਸਗੋਂ ਅਜਿਹੇ ਮੌਕੇ ਤੇ ਜਦੋਂ ਬੱਚਿਆਂ ਦੀ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਸ਼ੁਰੂ ਹੋ ਰਿਹਾ ਹੈ, ਉਦੋਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਸ਼ੁਭ ਮਤ ਦੇਣ ਦੇ ਲਈ ਵਧੀਆ ਵਧੀਆ ਸਮਾਗਮ ਹੋਣੇ ਚਾਹੀਦੇ ਨੇ, ਖੁਸ਼ੀ ਹੋਣੀ ਚਾਹੀਦੀ ਹੈ। ਪਰ ਵਿਆਹਾਂ ਤੇ ਸ਼ਰਾਬਾਂ ਪੀਣੀਆਂ, ਲੜਨਾ, ਝਗੜੇ ਕਰਨੇ, ਆਪਾਂ ਦੇਖਦੇ ਹੀ ਹਾਂ। ਵਿਆਹਾਂ ਦੇ ਉੱਪਰ ਗੋਲੀਆਂ ਚੱਲ ਜਾਂਦੀਆਂ, ਕੋਈ ਨਾ ਕੋਈ ਮਰ ਜਾਂਦਾ ਹੈ। ਵਿਆਹਾਂ ਦੇ ਵਿੱਚ ਮਾਤਮ ਛਾ ਜਾਂਦੇ ਨੇ। ਇਹ ਸਮਾਜ ਵਿੱਚ ਆਈ ਹੋਈ ਗਿਰਾਵਟ ਦਾ ਕਾਰਨ ਹੈ। ਇਹ ਸੂਚਕ ਨੇ ਇਹ ਗੱਲਾਂ ਕਿ ਸਮਾਜ ਆਪਣੀਆਂ ਉੱਚੀਆਂ ਕਦਰਾਂ ਕੀਮਤਾਂ ਤੋਂ ਕਿੰਨਾ ਕੁ ਨੀਵਾਂ ਡਿੱਗ ਪਿਆ। ਸ਼ਰਾਬਾਂ ਪੀ ਕੇ ਲੜਕੀ ਵਾਲਿਆਂ ਨੂੰ ਤੰਗ ਕਰਨਾ, ਆਪਸ ਵਿੱਚ ਲੜਾਈਆਂ ਕਰਨੀਆਂ। ਇਸੇ ਤਰੀਕੇ ਨਾਲ ਉਦੋਂ ਸਮਾਜ ਸੀ ਗੁਰੂ ਨਾਨਕ ਸਾਹਿਬ ਜੀ ਦਾ। ਔਰ ਸਤਿਗੁਰੂ ਜੀ ਨੇ ਸਾਨੂੰ ਬਹੁਤ ਵੱਡੇ ਔਗਣਾਂ ਦੇ ਚਿੱਕੜ ਚੋਂ ਕੱਢ ਕੇ ਇੱਕ ਬੜਾ ਸੁੰਦਰ ਮਾਰਗ ਦਿੱਤਾ ਸੀ। ਮਾਰਗ ਇਹ ਸੀ ਕਿ ਗੁਰੂ ਦੀ ਹਜ਼ੂਰੀ ਚਾਹੋ, ਇੱਥੇ ਆ ਕੇ ਗੁਰੂ ਰਾਮਦਾਸ ਜੀ ਦੀਆਂ ਬਖਸ਼ੀਆਂ ਲਾਵਾਂ ਪੜ੍ਹ ਕੇ ਉਹਨਾਂ ਦਾ ਉਪਦੇਸ਼ ਬੱਚਿਆਂ ਨੂੰ ਦਿਓ, ਔਰ ਉਹ ਬੱਚਿਆਂ ਨੂੰ ਉੱਥੇ ਚੱਲਣ ਦੀ ਪ੍ਰੇਰਣਾ ਮਿਲੇ। ਸਿਆਣੇ ਦਾਨੇ ਸੱਜਣ ਬੱਚਿਆਂ ਨੂੰ ਸਮਝਾਉਣ ਕਿ ਜ਼ਿੰਦਗੀ ਦੀ ਅਹਿਮੀਅਤ ਕੀ ਹੈ, ਪਤੀ ਪਤਨੀ ਦੀ ਜ਼ਿੰਦਗੀ ਦੀ ਡਿਊਟੀ ਕੀ ਹੈ, ਫਰਜ਼ ਕੀ ਹੈ, ਤੁਸੀਂ ਆਉਣ ਵਾਲੇ ਸਮੇਂ 'ਚ ਆਪਣੀ ਜ਼ਿੰਦਗੀ ਨੂੰ ਸੁਖਾਵਾਂ ਕਿਵੇਂ ਬਣਾਉਣਾ ਹੈ, ਤੁਸੀਂ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ। ਸ਼ਾਇਦ ਹੀ ਕੋਈ ਭਾਗਾਂ ਵਾਲਾ ਵਿਆਹ ਹੋਏ ਜਿੱਥੇ ਬੱਚਿਆਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਕਿਵੇਂ ਚੱਲਣਾ ਹੈ। ਇਹ ਤੇ ਉੱਥੇ ਅਡੰਬਰਤਾ ਕੀਤੇ ਜਾਂਦੇ ਨੇ, ਵੱਡੇ ਵੱਡੇ ਖਰਚ ਖਰਚਾ ਕੀਤੇ ਜਾਂਦੇ ਨੇ। ਅੱਜ ਅਸੀਂ ਅਕਸਰ ਦੇਖਦੇ ਹਾਂ ਸਮਾਜਿਕ ਤੌਰ ਤੇ ਸਾਡਾ ਤਾਣਾ ਬਾਣਾ ਬੜਾ ਉਲਝ ਗਿਆ। ਸਮਾਜਿਕ ਜ਼ਿੰਦਗੀ ਕੋਈ ਸਾਡੀ ਬਹੁਤ ਵਧੀਆ ਨਹੀਂ ਹੈ, ਕਿਤੇ ਕਿਤੇ ਵਧੀਆ ਹੈ, ਮੁਬਾਰਕ ਹੈ ਉਹਨਾਂ ਥਾਵਾਂ ਨੂੰ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਕਿ ਸਾਡੀ ਨੀਂਹ ਜਿਹੜੀ ਹੈ, ਜਿਵੇਂ ਵਿਆਹ ਦਾ ਸਮਾਂ ਹੁੰਦਾ ਹੈ ਨਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਆਨੰਦ ਕਾਜ ਦਾ ਸਮਾਂ, ਜੋ ਇਹ ਹੁੰਦਾ ਹੈ ਗ੍ਰਸਤ ਮਾਰਗ ਦੀ ਨੀਂਹ ਰੱਖਣ ਦਾ ਸਮਾਂ। ਜਦੋਂ ਸਾਡੇ ਘਰ 'ਚ ਵਾਹਿਗੁਰੂ ਕੋ ਧੀ ਪੁੱਤਰ ਦੀ ਦਾਤ ਦਿੰਦਾ, ਸਾਡੇ ਮਨ 'ਚ ਬੜਾ ਚਾਅ ਹੁੰਦਾ ਹੈ। ਅਸੀਂ ਬੜੇ ਚਾਵਾਂ ਨਾਲ ਬੱਚਿਆਂ ਨੂੰ ਪਾਲਦੇ ਹਾਂ, ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਆਖਰ ਉਸ ਦਿਨ ਨੂੰ ਉਡੀਕਦੇ ਹਾਂ ਕਿ ਸਾਡਾ ਬੱਚਾ ਵੱਡਾ ਹੋਏਗਾ, ਇਹਨੂੰ ਚੰਗੇ ਘਰ 'ਚ ਵਿਆਹਾਂਗੇ, ਖੁਸ਼ੀਆਂ ਨਾਲ ਇਹਦਾ ਕਾਰਜ ਆਪਾਂ ਕਰਾਂਗੇ। ਇਹ ਰੀਝ ਹੁੰਦੀ ਹਰ ਮਾਂ ਪਿਓ ਦੇ ਮਨ ਵਿੱਚ ਹੋਣੀ ਚਾਹੀਦੀ ਹੈ। ਪਰ ਜਿਸ ਮੌਕੇ ਨੂੰ ਅਸੀਂ ਬੜੇ ਸਾਲਾਂ ਤੋਂ ਉਡੀਕ ਰਹੇ ਹੁੰਦੇ ਹਾਂ, ਮੌਕਾ ਨੇੜੇ ਆ ਜਾਂਦਾ ਹੈ, ਰਿਸ਼ਤੇ ਲੱਭ ਜਾਂਦੇ ਨੇ, ਤਿਆਰੀ ਸ਼ੁਰੂ ਹੋ ਜਾਂਦੀ ਹੈ। ਆਪਾਂ ਦੇਖਦੇ ਕਿੰਨੀ ਵੱਡੇ ਪੱਧਰ ਤੇ ਤਿਆਰੀ ਕਰਨੀ ਪੈਂਦੀ, ਦੌੜ ਭੱਜ ਹੁੰਦੀ, ਉਹ ਮੌਕਾ ਨੇੜੇ ਆ ਜਾਂਦਾ ਹੈ। ਜਿਸ ਵੇਲੇ ਉਹ ਮੌਕਾ ਨੇੜੇ ਆਉਂਦਾ ਹੈ ਨਾ ਵਿਆਹ ਦਾ, ਜਿਸ ਦਿਨ ਨੂੰ ਅਸੀਂ ਜਿਸ ਸਮੇਂ ਨੂੰ ਉਡੀਕਦੇ ਹੁੰਦੇ ਹਾਂ, ਉਦੋਂ ਪਤਾ ਕੀ ਹੁੰਦਾ ਹੈ? ਉਹ ਅਸੀਂ ਬਾਕੀ ਦਾ ਸਮਾਂ ਨੱਚਣ ਟੱਪਣ ਜਗਾਉਣ ਵਜਾਉਣ 'ਚ ਇੱਧਰ ਉੱਧਰ ਦੀ ਤਿਆਰੀ ਕੱਢ ਦਿੰਦੇ ਹਾਂ। ਤੇ ਜਿਸ ਵੇਲੇ ਹੁੰਦਾ ਨਾ ਵਿਆਹ ਦਾ ਸਮਾਂ, ਅਸੀਂ ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂ, ਫਟਾਫਟ ਗੇੜੀਆਂ ਦੇ ਦਿਓ ਭਾਈ ਸਾਹਿਬ, ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ। ਸਾਡੇ ਕੋਲ ਉਸ ਟਾਈਮ ਲਈ, ਜਿਸ ਟਾਈਮ ਨੂੰ ਅਸੀਂ ਉਡੀਕ ਰਹੇ, ਉਹਦੇ ਲਈ ਟਾਈਮ ਹੀ ਨਹੀਂ ਹੁੰਦਾ। ਕਹਿੰਦੇ ਜੀ ਆਪਾਂ ਇੱਥੇ ਬਹੁਤਾ ਚਿਰ ਨਹੀਂ ਚੱਲਣਾ, ਪਰੌਣੇ ਬੜੇ ਆ ਉਹਨਾਂ ਦੇ ਸਾਹਮਣੇ, ਜਲਦੀ ਕਰ ਦਿਓ, ਬਸ ਬਹੁਤਾ ਟਾਈਮ ਨਾ ਲਿਓ, ਫਟਾਫਟ ਕਰ ਦਿਓ ਤੁਸੀਂ। ਇਹ ਸਾਡੇ ਵਿਆਹ ਰਹਿ ਗਏ ਨੇ ਇਸ ਵੇਲੇ। ਅਸੀਂ ਨਹੀਂ ਜਿਸ ਮਕਾਨ ਦੀ ਕਾਹਲੀ 'ਚ ਰੱਖਾਂਗੇ, ਲਾਪਰਵਾਹੀ ਨਾ ਰੱਖਾਂਗੇ, ਉਹ ਮਕਾਨ ਕਿੰਨਾ ਕੁ ਮਜ਼ਬੂਤ ਹੋਵੇਗਾ ਜਾਂ ਕਿੰਨਾ ਕੁ ਉਹ ਕਾਇਮ ਰਹਿ ਸਕੇਗਾ। ਇਹ ਸਾਡੇ 'ਚ ਆਈ ਹੋਈ ਕਮਜ਼ੋਰੀ ਹੈ। ਵਿਆਹਾਂ ਦੇ ਮੌਕੇ ਤੇ ਬੜੀ ਸਹਿਣਸ਼ੀਲਤਾ, ਬੜਾ ਸਹਿਜ, ਬੜੀ ਦੂਰ ਅੰਦੇਸ਼ੀ ਦੇ ਨਾਲ ਰਿਸ਼ਤੇ ਵੀ ਹੋਣੇ ਚਾਹੀਦੇ ਨੇ। ਔਰ ਆਪਣੇ ਬੱਚਿਆਂ ਨੂੰ ਬੜਾ ਸੋਹਣਾ ਉਪਦੇਸ਼, ਜ਼ਿੰਦਗੀ ਨੂੰ ਕਿਵੇਂ ਆਪਾਂ ਸਫਲ ਬਣਾਉਣਾ ਹੈ, ਗ੍ਰਸਤ ਮਾਰਗ ਵਿੱਚ ਕਿਵੇਂ ਸਫਲ ਹੋਣਾ ਹੈ। ਦੇਖੋ ਕੋਈ ਇੰਜੀਨੀਅਰ ਹੈ, ਮੁਬਾਰਕ ਹੈ, ਕੋਈ ਡਾਕਟਰ ਹੈ, ਕੋਈ ਮੁਬਾਰਕ ਹੈ, ਕੋਈ ਕੁਝ ਵੀ ਹੈ, ਪੜ੍ਹਿਆ ਹੈ, ਬੜੀ ਚੰਗੀ ਗੱਲ ਹੈ।
ਪਰ ਅਸਲੀ ਉਹਦੀ ਜ਼ਿੰਦਗੀ ਦੀ ਸਫਲਤਾ ਇੱਥੋਂ ਗਿਣੀ ਜਾਣੀ ਹੈ ਕਿ ਉਹ ਕਿੰਨਾ ਕੁ ਸਫਲ ਪਤੀ ਹੈ, ਕਿੰਨੀ ਕੁ ਸਫਲ ਪਤਨੀ ਹੈ, ਇੱਥੋਂ ਗਿਣੀ ਜਾਣੀ। ਇਹ ਨਹੀਂ ਕਿ ਉਹ ਬੜਾ ਵੱਡਾ ਡਾਕਟਰ ਹੈ, ਉਹ ਬੜਾ ਵੱਡਾ ਇੰਜੀਨੀਅਰ ਹੈ ਜਾਂ ਜੋ ਕੁਝ ਵੀ ਹੈ, ਇੱਥੋਂ ਸਫਲਤਾ ਨਹੀਂ ਗਿਣੀ ਜਾਣੀ। ਉਹਦੀ ਜ਼ਿੰਦਗੀ ਦੀ ਸਫਲਤਾ ਇੱਥੇ ਹੈ ਕਿ ਉਹ ਗ੍ਰਸਥ ਜੀਵਨ ਵਿੱਚ ਕਿੰਨਾ ਕੁ ਸਫਲ ਹੋਇਆ। ਜੇ ਨਹੀਂ ਸਫਲ ਤੇ ਉਹ ਕੁਝ ਵੀ ਨਹੀਂ ਹੈ, ਭਾਵੇਂ ਡਾਕਟਰ ਹੋਵੇ ਭਾਵੇਂ ਇੰਜੀਨੀਅਰ ਹੋਵੇ। ਇਸ ਕਰਕੇ ਇਹ ਗੱਲ ਤੇ ਅਸੀਂ ਬੱਚਿਆਂ ਨੂੰ ਦੱਸਣੀ ਸੀ, ਉਹ ਭੁੱਲ ਜਾਂਦੇ, ਕਿਉਂਕਿ ਨੱਚਣ ਟੱਪਣ ਚੋਂ, ਖਾਣ ਪੀਣ ਚੋਂ, ਗਾਉਣ ਵਜਾਉਣ ਚੋਂ ਸਾਨੂੰ ਵੇਲ ਨਹੀਂ ਮਿਲਿਆ ਜਿਸ ਕੰਮ ਦੇ ਲਈ ਆਪਾਂ ਇਕੱਤਰ ਹੋਏ ਹਾਂ। ਉਸ ਵੇਲੇ ਦਾ ਸਮਾਜ ਵੀ ਐਸਾ ਹੀ ਸੀ। ਪਿੰਡ ਦੇ ਵਿੱਚ ਥਾਂ ਥਾਂ ਤੇ ਲੋਕ ਨੱਚ ਰਹੇ ਨੇ, ਭੰਗੜੇ ਪਾ ਰਹੇ ਨੇ, ਸ਼ਰਾਬਾਂ ਪੀ ਰਹੇ ਨੇ, ਰੌਲਾ ਰੱਪਾ ਮਚਿਆ ਹੋਇਆ ਹੈ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਗਰ ਤੋਂ ਬਾਹਰ ਜਾ ਕੇ ਬੈਠੇ ਹੋਏ ਹਨ। ਓਖਣ ਬਸਤਰ ਨਵੀਨ ਪਹਿਰ ਕੇ, ਬਣੇ ਸ਼ੈਲ ਬੋ ਗਰਭ ਗਹਿਰ ਕੇ। ਬੜੇ ਸੋਹਣੇ ਸੋਹਣੇ ਕੱਪੜੇ ਗਹਿਣੇ ਆਦਿਕ ਪਾ ਕੇ ਲੋਕੀ ਬੜੇ ਅਡੰਬਰ ਕਰਕੇ ਦੁਰ ਤੁਰੇ ਫਿਰਦੇ ਹਨ। ਅਵਲੋਕਤ ਹੈ ਰੰਗ ਤਮਾਸ਼ੇ, ਅਨਕ ਪ੍ਰਕਾਰਨ ਠਾਨੈ ਹਾਸੇ। ਦੁਨੀਆ ਇਹ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ, ਜਿਵੇਂ ਵਿਆਹਾਂ ਤੇ ਗਾਉਣ ਵਾਲੇ ਆ ਜਾਂਦੇ ਨੇ, ਨੱਚਣ ਵਾਲੇ ਆ ਜਾਂਦੇ ਨੇ, ਇਹ ਸਾਰੇ ਤਮਾਸ਼ੇ ਦੁਨੀਆ ਥਾਂ ਥਾਂ ਤੇ ਦੇਖ ਰਹੀ ਹੈ। ਕੁਝ ਲੋਕੀ ਦੇਖ ਰਹੇ ਨੇ, ਕੁਝ ਹੱਸ ਰਹੇ ਹਨ। ਗਰਿਆਣ ਬਿਖੈ ਕੁਦਾਏ ਤੁਰੰਗਾ, ਬੈਠੇ ਮੂਸ਼ ਬਾਮ ਸਰਬੰਗਾ। ਹੁਣ ਕਾਰਾਂ ਆ ਗਈਆਂ, ਪਹਿਲਾਂ ਘੋੜਿਆਂ ਤੇ ਬਰਾਤਾਂ ਜਾਂਦੀਆਂ ਸਨ, ਤੇ ਘੋੜਿਆਂ ਤੇ ਚੜੇ ਹੋਏ ਜਿਹੜੇ ਜਵਾਨ ਨੇ ਉਹ ਘੋੜਿਆਂ ਨੂੰ ਭਜਾ ਰਹੇ ਨੇ, ਕਦੀ ਇੱਧਰ ਨੂੰ ਕਦੀ ਇੱਧਰ ਨੂੰ, ਆਪਣੇ ਉਹ ਬਲ ਦਾ ਪ੍ਰਗਟਾਵਾ ਕਰ ਰਹੇ ਹਨ। ਸ਼ੇਰ ਕਰ ਤਾਰ ਦਿਸ਼ਾ ਤੇ ਭੂਲੇ, ਵਿਸ਼ੈ ਵਿਕਾਰਨ ਮਹਿ ਅਨਕੂਲੇ। ਕਿ ਅਜਿਹਾ ਮਾਹੌਲ ਹੈ ਕਿ ਉੱਥੇ ਰੱਬ ਕਿਸੇ ਨੂੰ ਚੇਤੇ ਨਹੀਂ ਹੈ। ਸ਼ਰਾਬਾਂ ਪੀ ਕੇ ਨੱਚ ਟੱਪ ਰਹੇ ਨੇ, ਘੋੜੇ ਭਜਾ ਰਹੇ ਨੇ, ਆਪਣੀ ਹਉਮੈ ਨੂੰ ਪ੍ਰਗਟ ਕਰ ਰਹੇ ਹਨ। ਸੰਤ ਅਥਤ ਕੀ ਸੇਵ ਨ ਜਾਣੈ, ਦੇਖ ਫਿਕੀਰਸ ਹਾਸੀ ਠਾਨੈ। ਤੇ ਜੇ ਉੱਥੇ ਕੋਈ ਨੇਕ ਵਿਅਕਤੀ ਆ ਗਿਆ, ਕੋਈ ਸੰਤ ਭਗਤ ਆ ਗਿਆ, ਉਹਦੀ ਉਹਨਾਂ ਨੇ ਸੇਵਾ ਤਾਂ ਕੀ ਕਰਨੀ, ਸਗੋਂ ਉਹਨੂੰ ਦੇਖ ਕੇ ਮਖੌਲ ਕਰਦੇ ਨੇ, ਵਿਅੰਗ ਕੱਸਦੇ ਹਨ ਉਹਦੇ ਉੱਪਰ। ਪਰਪਤਾ ਮਦ ਤੇ ਭਏ ਸੇ ਅੰਦੇ, ਭਰੇ ਗਰਤ ਜਗ ਬੰਧਨ ਬੰਦੇ। ਪ੍ਰਭਤਾ ਮਦ ਤੇ ਭੈ ਸੇ ਅੰਧੇ। ਪ੍ਰਭਤਾ ਦਾ ਅਰਥ ਹੁੰਦਾ ਜਿਹਨੂੰ ਪ੍ਰਤਾਪ ਕਹਿੰਦੇ ਆ। ਧਨ ਹੋਏ, ਦੌਲਤ ਹੋਏ, ਜਵਾਨੀ ਹੋਏ, ਰੁਤਬਾ ਹੋਏ, ਆਪਾਂ ਕਹਿੰਦੇ ਬੜੀ ਪ੍ਰਭਤਾ ਬੰਦੇ ਦੀ, ਬੜੀ ਵਡਿਆਈ ਹੈ। ਇਹਨਾਂ ਦੁਨਿਆਵੀ ਵਡਿਆਈਆਂ ਨੂੰ ਦੇਖ ਕੇ ਮੋਹ ਮਾਇਆ ਦੇ ਵਿੱਚ ਇਹ ਅੰਨੇ ਹੋ ਗਏ ਤੇ ਇਹ ਆਪਣੀ ਜ਼ਿੰਦਗੀ ਦੇ ਅਸਲ ਮਾਰਗ ਤੋਂ ਖੁੰਝੇ ਹੋਏ ਹਨ। ਦੇਖੈ ਦੁਖੀ ਦਇਆ ਨਹਿ ਕਰਹੀ, ਮਹਾਮੰਦ ਮਤ ਪਰ ਤੇ ਹਰਹੀ। ਕਿਸੇ ਦੁਖੀ ਦੇ ਪ੍ਰਤੀ ਇਹਨੇ ਦਇਆ ਤਾਂ ਕੀ ਕਰਨੀ ਹੈ ਇਹਨਾਂ ਨੇ, ਸਗੋਂ ਉਹਦੇ ਵੱਲ ਦੇਖ ਕੇ ਵਿਅੰਗ ਕਰਦੇ ਨੇ, ਉਹਨੂੰ ਧੱਕੇ ਮਾਰਦੇ ਹਨ। ਪੀਅਤ ਸ਼ਰਾਬ ਘੁੰਮ ਤੇ ਫਿਰਹੀ, ਸ਼ਾਸਨ ਦੇ ਗਰੀਬਨ ਧਰਹੀ। ਸ਼ਰਾਬਾਂ ਪੀ ਕੇ ਤੁਰੇ ਫਿਰਦੇ ਨੇ, ਕਦੀ ਇੱਧਰ ਨੂੰ ਕਦੀ ਇੱਧਰ ਨੂੰ। ਜੇ ਕਿਤੇ ਕੋਈ ਗਰੀਬ ਗੁਰਬਾ ਰਾਹ ਚ ਆ ਗਿਆ, ਉਹਨੂੰ ਉਦਾਂ ਹੀ ਘੋੜਿਆਂ ਦੇ ਪੈਰਾਂ ਨਾਲੇ ਮਿੱਧੀ ਚਲੇ ਜਾਂਦੇ ਨੇ, ਟੱਕਰਾਂ ਮਾਰੀ ਜਾਂਦੇ ਉਹਦੇ ਵਿੱਚ। ਜਹਾਂ ਅਗਨ ਸੁੰਦਰ ਹੀਰੈ, ਬਾਰ ਬਾਰ ਬਾਜੀ ਬਰ ਫੇਰੈ। ਤੇ ਜੇ ਕਿਤੇ ਕੋਈ ਧੀ ਭੈਣ ਖੜੀ ਹੈ ਰਸਤੇ ਵਿੱਚ, ਹੁਣ ਨਹੀਂ ਅੱਜ ਕੱਲ ਆਪਾਂ ਦੇਖਦੇ, ਉਹ ਕਾਰ ਵਾਲਾ ਵਾਰ-ਵਾਰ ਹਾਰਨ ਵਜਾਏਗਾ, ਕੋਲ ਜਾ ਕੇ ਕੋਲੋਂ ਦੀ ਲੰਘੇਗਾ। ਇਹੀ ਹਾਲ ਉਦੋਂ ਸੀ ਕਿ ਕੋਲੋਂ ਦੀ ਘੋੜਾ ਲੈ ਕੇ ਜਾਣਾ, ਕਦੀ ਘੋੜਾ ਕੋਲ ਖੜਾ ਕਰ ਦੇਣਾ। ਜੇ ਕਿਤੇ ਕੋਈ ਧੀ ਭੈਣ ਬਹੁ ਬੇਟੀ ਖੜੀ ਹੈ, ਇਸ ਤਰ੍ਹਾਂ ਦਾ ਮਾਹੌਲ ਨਗਰ ਵਿੱਚ ਬਣਿਆ ਹੋਇਆ ਹੈ। ਬੈਠੇ ਰਹੇ ਵਹਿਰ ਜਗ ਸਾਈ, ਸੇਵਾ ਕਰੀ ਨ ਕਿਨਹੂ ਆਈ। ਸਤਿਗੁਰ ਜੀ ਨਗਰ ਤੋਂ ਬਾਰ-ਬਾਰ ਬੈਠੇ ਰਹੇ ਜਾ ਕੇ ਪਿੰਡ 'ਚ, ਕਿਉਂਕਿ ਲੋਕੀ ਮਸਤ ਨੇ ਆਪਣੇ ਕੰਮਾਂ ਕਾਰਾਂ 'ਚ। ਕੋਈ ਪਿੰਡੋਂ ਬਾਹਰ ਆਇਆ ਨਾ, ਕਿਸੇ ਨੇ ਉਹਨਾਂ ਦੀ ਸੇਵਾ ਪਾਣੀ ਕੀਤੀ ਨਾ। ਹੋਤੇ ਫਕੀਰ ਸੰਗ ਤੇ ਥਾਏ, ਭਏ ਸੁਦਾਤੁਰ ਮੁਖ ਕੁਮਲਾਏ। ਸਮਾਂ ਸੀ ਪਿੰਡਾਂ ਥਾਵਾਂ ਤੇ ਅਕਸਰ ਚੱਲਦੇ ਫਿਰਦੇ ਰਮਤੇ ਸਾਧੂ ਆ ਜਾਇਆ ਕਰਦੇ ਸਨ, ਤੇ ਪਿੰਡ ਦੇ ਵਿੱਚ ਕੋਈ ਸਾਂਝੀਆਂ ਥਾਵਾਂ ਹੁੰਦੀਆਂ ਸਨ, ਜਿਵੇਂ ਬਾਹਰ ਬੋੜ ਹੋ ਗਿਆ, ਕੋਈ ਧਰਮਸਾਲ ਹੋ ਗਈ। ਤੇ ਇਹ ਜਿਹੜੇ ਸਾਧੂ ਪੀਰ ਫਕੀਰ ਹੁੰਦੇ ਸਨ, ਧਰਮਾਤਮਾ ਲੋਕ, ਜ਼ਰੂਰੀ ਨਹੀਂ ਕਿ ਸਾਰੇ ਮੰਗਤੇ ਹੋਣ, ਬੜੇ ਬੜੇ ਚੰਗੇ ਸਾਧੂ ਹੁੰਦੇ ਨੇ, ਔਰ ਜਿਨ੍ਹਾਂ ਨੇ ਫਿਰ ਤੁਰ ਕੇ ਬਹੁਤ ਗਿਆਨ ਪ੍ਰਾਪਤ ਕੀਤਾ ਹੁੰਦਾ ਹੈ, ਔਰ ਉਹ ਲੋਕੀ ਇੱਥੇ ਆ ਕੇ ਬੈਠ ਜਾਂਦੇ ਸਨ। ਪਿੰਡ 'ਚ ਜਿਹੜੇ ਚੰਗੇ ਲੋਕ ਆਉਂਦੇ, ਉਹਨਾਂ ਦੇ ਪਾਸੋਂ ਉਪਦੇਸ਼ ਸੁਣਦੇ ਸਨ, ਕੋਈ ਰੋਟੀ ਪਾਣੀ ਖਵਾ ਦਿੰਦਾ ਸੀ। ਇੱਥੇ ਸਤਿਗੁਰੂ ਜੀ ਦੇ ਨੇੜੇ ਹੋਰ ਵੀ ਕਈ ਧਰਮਾਤਮਾ ਲੋਕ ਬੈਠੇ ਹਨ। ਸਗਰੋ ਦਿਵਸ ਬਤੀਤਾ ਜਬ ਹੀ, ਭਈ ਨਿਸਾ ਬੋਲੇ ਪ੍ਰਭ ਤਬ ਹੀ। ਸਾਰਾ ਦਿਨ ਬਤੀਤ ਹੋ ਗਿਆ, ਕੋਈ ਨਗਰ ਤੋਂ ਬਾਹਰ ਨਾ ਆਇਆ,
ਇੱਕ ਮੈਂ ਹਾਲੈਂਡ ਦੀ ਬੜੀ ਸੋਹਣੀ ਇੱਕ ਖਬਰ ਪੜ੍ਹ ਰਿਹਾ ਸੀ, ਬੜੀ ਪਿਆਰੀ ਖਬਰ। ਅਸੀਂ ਅਕਸਰ ਯੂਰਪ ਨੂੰ, ਅਮਰੀਕਾ ਨੂੰ ਜਾਂ ਵੈਸਟਰਨ ਕੰਟਰੀ ਨੂੰ ਬਹੁਤ ਨਿੰਦਦੇ ਹਾਂ ਜੀ, ਉੱਥੇ ਧਰਮ ਨਹੀਂ ਹੈ, ਜੇ ਨਹੀਂ ਹੈ, ਉਹ ਨਹੀਂ ਹੈ। ਪਰ ਸਭ ਤੋਂ ਭ੍ਰਿਸ਼ਟ ਅਸੀਂ ਲੋਕ ਹਾਂ ਧਰਮ ਦੇ ਨਾਂ ਤੇ ਅਡੰਬਰ ਕਰਦੇ। ਧਰਮ ਸਾਡੇ 'ਚ ਨਹੀਂ, ਸਾਡੇ 'ਚ ਦਿਖਾਵਾ ਹੈ, ਧਰਮ ਨਹੀਂ ਹੈ। ਉਹ ਦੇਖੋ ਕਿੰਨਾ ਵਧੀਆ, ਹੋਟਲ ਦੇ ਉੱਪਰ ਇੱਕ ਵਿਅਕਤੀ ਆਉਂਦਾ ਹੈ, ਉਹਨੂੰ ਇੱਕ ਕੌਫੀ ਚਾਹੀਦੀ ਹੈ, ਉਹ 2 ਕੌਫੀ ਦੇ ਪੈਸੇ ਦੇ ਜਾਂਦਾ ਹੈ। ਉੱਥੇ ਦਾ ਰਿਵਾਜ ਹੈ ਕਿ ਜੇ ਤੁਸੀਂ ਕਿਸੇ ਲਈ ਕੋਈ ਪਿਉਣੀ ਚਾਹੁੰਦੇ ਤੇ ਉਹ ਪੈਸੇ ਉੱਥੇ ਦੇ ਜਾਓ, ਇਹ ਮੇਰੇ ਵੱਲੋਂ ਕੌਫੀ ਤੁਸੀਂ ਦੂਜੇ ਨੂੰ ਪਿਆ ਦੇਣੀ। ਉਹ ਰੱਖ ਲੈਂਦਾ। ਇੱਕ ਹੋਰ ਇੱਕ ਲੋੜਵੰਦ ਹੁੰਦਾ ਕਿ ਨਾ ਕੌਫੀ ਪੀਣੀ ਹੈ ਤੇਰੇ ਕੋਲ, ਕਿਸੇ ਨੇ ਦਿੱਤੇ ਪੈਸੇ, ਉਹ ਕੌਫੀ ਲੈ ਕੇ ਉਦੋਂ ਹੀ ਚਲਿਆ ਜਾਂਦਾ। ਇੱਕ ਆਉਂਦਾ ਉਹਨਾਂ 5 ਨੇ ਰੋਟੀ ਖਾਣੀ ਹੁੰਦੀ ਹੈ, ਉਹ 4 ਦੀ ਰੋਟੀ ਲੈ ਜਾਂਦਾ, 1 ਦੇ ਪੈਸੇ ਦੇ ਜਾਂਦਾ ਹੈ। ਇਸੇ ਤਰੀਕੇ ਨਾਲ ਜਿਹੜਾ ਵੀ ਆਉਂਦਾ ਹੈ, ਜੇ 2 ਦੀ ਲੋੜ ਹੈ 3 ਦੇ ਕੋਈ ਪੈਸੇ ਦੇ ਜਾਂਦਾ ਹੈ ਕਿ ਕੋਈ ਲੋੜਵੰਦ ਹੈਗਾ ਉਹਨੂੰ ਦੇ ਜਾਣਾ। ਤੁਸੀਂ ਬਿਲੀਵ ਕਰੋਗੇ ਕਿੰਨਾ ਵਧੀਆ ਕੰਟਰੀ ਹੈ। ਕੋਈ ਲੋੜਵੰਦ ਆ ਗਿਆ ਹੋਟਲ ਵਾਲੇ ਕੋਲ, ਮੈਂ ਰੋਟੀ ਖਾਣੀ, ਲੈ ਵੀ ਕੋਈ ਦੇ ਗਿਆ ਪੈਸੇ ਜਾਂ ਤੂੰ ਖਾ ਲੈ। ਹੁਣ ਤਾਂ ਹੋ ਸਕਦਾ ਹੋਟਲ ਵਾਲਾ ਲੈ ਕੇ ਦੇ ਹੀ ਨਾ ਗਾ। ਸਾਡੇ ਮੁਲਕ ਜੇ ਦੇਣ ਵਾਲੇ ਨੇ ਤੇ ਧਰਮ ਦੇ ਨਾਂ ਤੇ ਲੁੱਟਣ ਵਾਲੇ ਵੀ ਬੜੇ ਨੇ। ਤੁਸੀਂ ਦੇਖਦੇ ਹੋ ਹੋਰ ਕੁਝ ਨਹੀਂ ਕੰਮ ਚੱਲਦਾ ਤੇ ਧਰਮ ਦੇ ਨਾਂ ਤੇ ਕੋਈ ਸੁਸਾਇਟੀ ਬਣਾ ਲਓ, ਲੋਕਾਂ ਕੋਲ ਪੈਸੇ ਇਕੱਠੇ ਕਰਕੇ ਆਪਣਾ ਕਾਰੋਬਾਰ ਚਲਾ ਲਓ। ਤੁਸੀਂ ਧਰਮ ਦੀ ਦੁਨੀਆ 'ਚ ਲੁਟੇਰੇ ਬੜੇ ਰੰਗ ਬਰੰਗੇ ਗਏ ਨੇ। ਕੋਈ ਕਹਿੰਦਾ ਜੇ ਅਸੀਂ ਕੁੜੀਆਂ ਦੇ ਵਿਆਹ ਕਰਨੇ, ਪ੍ਰਦੇਸ਼ਾਂ 'ਚੋਂ ਪੈਸੇ ਮੰਗ ਕੇ ਆਪਣੀਆਂ ਕੋਠੀਆਂ ਕਾਰਾਂ ਬਣਾਈ ਜਾਂਦੇ ਨੇ। ਇੱਥੇ ਉਹੀ ਕੁੜੀਆਂ ਮੁੰਡੇ ਹਾਏ ਸਾਲ ਉਹਨਾਂ ਨੂੰ ਕੱਪੜੇ ਪਾ ਕੇ ਲਿਆ ਕੇ ਬਿਠਾ ਦਿੰਦੇ ਨੇ ਜੀ, ਅਸੀਂ ਦੇਖੋ ਜੀ ਇੰਨੇ ਵਿਆਹ ਕਰ ਦਿੱਤੇ ਨੇ। ਕਿੰਨਾ ਧਰਮ ਦੇ ਨਾਂ ਤੇ ਧੋਖਾ ਹੈ। ਸਭ ਤੋਂ ਜ਼ਿਆਦਾ ਅਗਰ ਧੋਖਾ ਹੈ ਧਰਮ ਦੇ ਨਾਂ ਤੇ ਉਹ ਆਪਣੀ ਕੰਟਰੀ ਦੇ ਅੰਦਰ, ਜਿੱਥੇ ਧਰਮ ਦਾ ਬਹੁਤਾ ਰੌਲਾ ਪਾਇਆ ਜਾਂਦਾ ਹੈ। ਧਰਮ ਨੇੜੇ ਹੀ ਨਹੀਂ ਹੈ ਇੱਥੇ। ਧਰਮ ਦਾ ਅਰਥ ਇਹ ਨਹੀਂ ਕਿ ਮੰਗੋ ਦੂਜਿਆਂ ਕੋਲੋਂ ਜੀ ਮੈਂ ਕਿਸੇ ਨੂੰ ਦੇਣਾ, ਮੈਂ ਬੜੇ ਧਰਮ ਦੀ ਸੇਵਾ ਕਰਾਂ। ਇਹ ਕਾਹਦਾ ਹੈ? ਜੇ ਸੇਵਾ ਕਰਨ ਦਾ ਚਾਹ ਹੈ ਤੇ ਆਪਣੇ ਕੋਲੋਂ ਕੀਤੀ ਜਾਏ। ਦੂਜੇ ਕੋਲੋਂ ਮੰਗ ਕੇ ਜੀ ਮੈਂ ਬੜੀ ਵੱਡੀ ਸੇਵਾ ਕਰ ਰਿਹਾ, ਮੈਂ ਬੜਾ ਕੀਰਤਨ ਦਰਬਾਰ ਕਰਤਾ, ਲਿਆਓ ਜੀ ਪੈਸੇ ਦਿਓ ਮੈਂ ਕੀਰਤਨ ਦਰਬਾਰ ਕਰਾਉਣਾ, ਇਹ ਕਾਹਦੀ ਸੇਵਾ ਹੋਈ? ਸੇਵਾ ਤੇ ਇਹ ਹੈ ਕਿ ਆਪਣੀ ਕਿਰਤ ਕਰੋ ਤੇ ਆਪਣੀ ਕਿਰਤ ਵਿੱਚੋਂ ਇਕੱਠਾ ਕਰਕੇ ਫੇਰ ਕੋਈ ਤੁਸੀਂ ਕੰਮ ਕਰੋ, ਇਹਨੂੰ ਸੇਵਾ ਕਿਹਾ ਜਾਂਦਾ ਹੈ। ਕਈਆਂ ਨੇ ਤੇ ਧੰਦਾ ਹੀ ਬਣਾ ਲਿਆ ਕਿ ਚਲੋ ਹੋਰ ਕੁਝ ਨਹੀਂ ਤੇ ਕੋਈ ਰਲ ਮਿਲ ਕੇ ਇੱਕ ਸੁਸਾਇਟੀ ਜੀ ਬਣਾ ਕੇ ਪੈਸੇ ਇਕੱਠੇ ਕਰੋ, ਕੁਝ ਖਰਚ ਦਿਓ, ਕੁਝ ਰੱਖ ਲਓ, ਚਲੋ ਕੰਮ ਸੋਹਣਾ ਚੱਲ ਪਿਆ। ਇਹ ਧਰਮ ਨਹੀਂ ਹੈ, ਇਹ ਧਰਮ ਦੇ ਨਾਂ ਤੇ ਠੱਗੀ ਹੈ, ਧਰਮ ਦੇ ਨਾਂ ਤੇ ਧੋਖਾ ਹੈ। ਉਹ ਲੋਕਾਂ ਦੇ ਮਨ ਅੰਦਰ ਧਰਮ ਹੈ, ਉਹ ਗੌਰਮੈਂਟਾਂ ਵੀ ਆਪਾਂ ਦੇਖਦੇ। ਤੁਸੀਂ ਅਮਰੀਕਾ ਚਲੇ ਗਏ, ਅਚਨਚੇਤ ਬਿਮਾਰ ਹੋ ਗਏ, ਤੁਸੀਂ, ਤੁਹਾਡਾ ਕੋਈ ਜਾਣਕਾਰ ਨਹੀਂ ਹੈ ਉੱਥੇ, ਤੁਸੀਂ ਬਿਮਾਰ ਹੋ ਗਏ, ਉਹ ਗੌਰਮੈਂਟ ਤੁਹਾਨੂੰ ਮਰਨ ਨਹੀਂ ਦੇਵੇਗੀ ਜਿੱਥੋਂ ਤੱਕ ਉਹਨਾਂ ਦਾ ਵਸ ਚੱਲੇਗਾ। ਉਹਨਾਂ ਦਾ ਪਹਿਲਾ ਫਰਜ਼ ਹੈ ਤੁਹਾਨੂੰ ਬਚਾਉਣਾ, ਜਿੰਨੇ ਵੀ ਪੈਸੇ ਲੱਗ ਜਾਣ, ਪਹਿਲਾ ਫਰਜ਼ ਹੈ ਤੁਹਾਨੂੰ ਬਚਾਉਣਾ। ਬਚਣ ਤੋਂ ਬਾਅਦ ਬਿੱਲ ਜ਼ਰੂਰ ਤੁਹਾਨੂੰ ਦੇ ਦੇਣਗੇ, ਤੁਸੀਂ ਦੇ ਸਕਦੇ ਜਾਂ ਨਹੀਂ ਦੇ ਸਕਦੇ, ਨਹੀਂ ਉਹਨਾਂ ਚੈਰਿਟੀ 'ਚ ਪਾ ਦੇਣਾ। ਇਹ ਉੱਥੋਂ ਦੀਆਂ ਗੌਰਮੈਂਟਾਂ ਨੇ। ਜਿਵੇਂ ਤੇ ਤੁਸੀਂ ਕਿਸੇ ਬਿਮਾਰ ਨੂੰ ਹਸਪਤਾਲ ਲੈ ਜਾਓ, ਆਪਣੇ ਕਹੋ ਜੀ ਪੈਸੇ ਨਹੀਂ, ਕਹਿਣਗੇ ਨਹੀਂ ਜਾਣ। ਆਪਾਂ ਤੁਸੀਂ ਦੇਖਦੇ ਹੀ ਆ ਹਸਪਤਾਲਾਂ ਦੇ ਬਾਹਰ ਬੀਬੀਆਂ, ਗਰੀਬ ਬੀਬੀਆਂ ਦੇ ਬੱਚੇ ਹਸਪਤਾਲ ਦੇ ਏਰੀਏ 'ਚ ਹੀ ਜਨਮ ਲੈ ਲੈਂਦੇ ਨੇ, ਕੋਈ ਡਾਕਟਰ ਪੁੱਛਦਾ ਹੀ ਨਹੀਂ ਹੈ ਕਿਉਂਕਿ ਪੈਸੇ ਨਹੀਂ ਹੈ ਕੋਲ, ਕੋਈ ਸਿਫਾਰਸ਼ ਨਹੀਂ ਹੈ। ਇਸ ਮੁਲਕ ਨੂੰ ਤੁਸੀਂ ਕਹੋਗੇ ਧਰਮੀ ਹੈ ਮੁਲਕ? ਧਰਮ ਨਹੀਂ। ਇੱਥੇ ਤੇ ਪੁਰਾਣੀ ਚੜ੍ਹਾਈ ਕਰ ਜੇ ਤੇ ਉਹਦਾ ਮੁਰਦਾ ਸਰੀਰ ਹੀ ਨਹੀਂ ਦਿੰਦੇ ਜਿੰਨਾ ਚਿਰ ਤੁਹਾਨੂੰ ਪੈਸੇ ਨਹੀਂ ਦਿੱਤੇ। ਦਰਅਸਲ ਇਹ ਧਰਮ ਦੇ ਨਾਂ ਤੇ ਧੋਖਾ ਹੈ। ਧਰਮ ਇਹ ਨਹੀਂ ਹੈ। ਧਰਮ ਧੌਲ, ਧਰਮ ਦਇਆ ਕਾ ਪੂਤ, ਦਇਆ ਚੋਂ ਜੋ ਪੈਦਾ ਹੋਏ ਉਹਨੂੰ ਆਪਾਂ ਧਰਮ ਕਹਿੰਦੇ। ਇਹ ਸਾਡੇ ਧਰਮ ਦੇ ਮੁਲਕ ਦੇ ਅੰਦਰ ਹੋਇਆ ਹੈ ਕਿ ਸੜਕਾਂ ਤੇ ਬੀਬੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ, ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਇਹਦਾ ਮਤਲਬ ਕਿ ਇੱਥੇ ਧਰਮ ਨਾਂ ਦੀ ਚੀਜ਼ ਕੋਈ ਨਹੀਂ ਹੈ। ਧਰਮ ਦੇ ਨਾਂ ਤੇ ਪਖੰਡ ਹੈ, ਧੋਖਾ ਹੈ। ਗੁਰੂ, ਮੈਂ ਗੱਲ ਕਰ ਰਿਹਾ ਕਿ ਉਸ ਸਮੇਂ ਦੀ ਜਦੋਂ ਨਗਰ ਦੇ ਬਾਹਰ ਆ ਕੇ ਧਰਮਾਤਮਾ ਲੋਕ, ਕੋਈ ਲੋੜਵੰਦ, ਕਿਉਂਕਿ ਹੁਣ ਤੇ ਧਰਮ ਦੇ ਨਾਂ ਤੇ ਮੰਗਤੇ ਬੜੇ ਨੇ। ਗੁਰਦੁਆਰਿਓਂ ਬਾਹਰ ਦੇਖੋ ਕਈ ਖੜੇ ਨੇ, ਮੰਦਿਰ ਤੋਂ ਬਾਹਰ ਦੇਖੋ ਕਈ ਖੜੇ, ਚੌਂਕਾਂ 'ਚ ਹੀ ਖੜੇ ਨੇ। ਇਹਨਾਂ ਦੇ ਪ੍ਰਤੀ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜੇ ਨਿੱਕੇ ਨਿੱਕੇ ਬੱਚੇ 5-5, 7-7 ਸਾਲ ਦੇ ਮੰਗਦੇ ਨੇ। ਆਪਾਂ ਇਹ ਕਿਸ ਸਮਾਜ ਦੀ ਗੱਲ ਕਰਦੇ ਜਿਸ ਸਮਾਜ 'ਚ ਬੱਚੇ ਮੰਗਣ ਸ਼ੁਰੂ ਹੋ ਜਾਂਦੇ ਨੇ? 5-5 ਸਾਲ ਦੇ ਬੱਚੇ ਚੌਂਕਾਂ 'ਚ ਖੜੇ ਮੰਗ ਰਹੇ ਨੇ। ਇਹ ਗੌਰਮੈਂਟਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਬੱਚਿਆਂ ਨੂੰ ਪੜ੍ਹਾਓ। ਜਿਹੜੀਆਂ ਗੌਰਮੈਂਟਾਂ ਕਹਿੰਦੇ ਐਡਾ ਵੱਡਾ ਬਜਟ, ਅਸੀਂ 21ਵੀਂ ਸਦੀ 'ਚ ਪਹੁੰਚ ਗਏ, ਆਪਾਂ ਤੇ ਬਹੁਤ ਪਿੱਛੇ ਚਲੇ ਗਏ ਹਾਂ। ਉਹਨਾਂ ਬੱਚਿਆਂ ਨੂੰ ਪੜ੍ਹਾਓ, ਐਜੂਕੇਸ਼ਨ ਦਿਓ। ਇਹ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਕਿ ਜੇ ਬੱਚੇ ਯਤੀਮ ਨੇ, ਜੇ ਬੱਚਿਆਂ ਦਾ ਕੋਈ ਵਾਲੀ ਵਾਰਸ ਨਹੀਂ ਹੈ, ਉਹਨਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਜਿਹੜੀਆਂ ਲੋਕਾਂ ਕੋਲੋਂ ਪੈਸੇ ਧਰਮ ਦੇ ਨਾਂ ਤੇ ਮੰਗਦੀਆਂ ਨੇ ਕਿ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਦਿਓ। ਸਮਾਜ ਵਿੱਚੋਂ ਮੰਗਤਿਆਂ ਨੂੰ, ਭਿਖਾਰੀਆਂ ਨੂੰ, ਲੁਟੇਰਿਆਂ ਨੂੰ, ਚੋਰਾਂ ਨੂੰ ਖਤਮ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਉਹ ਜਿਹੜੇ ਬੱਚੇ ਸੜਕਾਂ ਤੇ ਖੜੇ ਮੰਗ ਰਹੇ ਉਹਨਾਂ ਨੂੰ ਐਜੂਕੇਸ਼ਨ ਦਾ ਕੋਈ ਪ੍ਰਬੰਧ ਕਰੋ। ਇਹ ਉਹਨਾਂ ਗੌਰਮੈਂਟਾਂ ਦੀ ਦੇਖੋ ਇਮਾਨਦਾਰੀ। 10ਵੀਂ ਤੱਕ ਉਹਨਾਂ ਨੇ ਬੱਚੇ ਨੂੰ ਫ੍ਰੀ ਪੜ੍ਹਾਉਣਾ ਹੈ, ਹਰ ਕਿਸੇ ਬੱਚੇ ਨੂੰ
10ਵੀਂ ਤੱਕ ਪੜ੍ਹ ਕੇ ਬੱਚਾ ਆਪਣਾ ਕੰਮ ਕਰਨ ਜੋਗਾ ਤੇ ਹੋ ਹੀ ਜਾਂਦਾ ਹੈ। ਉਦੋਂ ਅੱਗੇ ਕਿਸੇ ਨੇ ਪੜ੍ਹਨਾ ਹੈ, ਜਿੰਨੇ ਮਰਜ਼ੀ ਪੈਸੇ ਖਰਚੋ। ਲੇਕਿਨ ਅਸੀਂ ਬਹੁਤ ਪਛੜੇ ਹੋਏ ਹਾਂ। ਅਸੀਂ ਕਹਿੰਦੇ 21ਵੀਂ ਸਦੀ 'ਚ, ਅਸੀਂ ਤਾਂ 21ਵੀਂ ਸਦੀ ਤੋਂ ਪਿੱਛੇ ਨੂੰ ਘੇਰ ਲਾਇਆ ਹੋਇਆ, ਬਹੁਤ ਪਛੜ ਗਏ ਆਪਾਂ। ਦੇਖਦੀਆਂ ਜੰਗਲ ਬਣਦਾ ਜਾਂਦਾ ਹੈ ਸਾਡਾ ਮੁਲਕ। ਮੈਂ ਉਸ ਵੇਲੇ ਦੀ ਗੱਲ ਕਰਦਾ ਜਦੋਂ ਧਾਰਮਿਕ ਲੋਕ, ਰਮਤੇ ਸਾਧੂ, ਜਿਹੜੇ ਕਿ ਥਾਂ ਥਾਂ ਤੇ ਫਿਰ ਕੇ ਗਿਆਨ ਪ੍ਰਾਪਤ ਕਰਦੇ ਸਨ, ਉਹ ਗਿਆਨ ਲੋਕਾਂ ਨੂੰ ਦਿੰਦੇ ਸਨ। ਔਰ ਉਹ ਕਿਸੇ ਨਗਰ 'ਚ ਆ ਜਾਣਾ ਤੇ ਨਗਰ ਦੇ ਜਿਹੜੇ ਸਿਆਣੇ ਲੋਕ ਸਨ ਉਹਨਾਂ ਨੇ ਆ ਕੇ ਉਹਨਾਂ ਨੂੰ ਰੋਟੀ ਪਾਣੀ ਖਵਾਉਣਾ। ਉਹ ਮੰਗਤੇ ਨਹੀਂ ਸਨ ਹੁੰਦੇ, ਨਹੀਂ ਮਿਲਿਆ ਤੇ ਕਿਸੇ ਕੋਲ ਉਹਨਾਂ ਮੰਗਣਾ ਨਹੀਂ, ਐਨ ਸੰਤੋਖ ਦੇ ਨਾਲ ਬੈਠੇ ਰਹਿੰਦੇ ਸਨ। ਇਸ ਕਰਕੇ ਕੋਈ ਨਗਰ 'ਚੋਂ ਬਾਹਰ ਆਇਆ ਨਾ, ਕਿਸੇ ਨੇ ਉਹਨਾਂ ਨੂੰ ਰੋਟੀ ਪਾਣੀ ਪੁੱਛਿਆ ਨਾ, ਸਾਰਾ ਦਿਨ ਉਹ ਸਾਰੇ ਲੋਕ ਭੁੱਖੇ ਬੈਠੇ ਰਹੇ। हे ਸੰਤੋ ਦਵੈ ਉਠ ਕਰ ਜਾਵੋ, ਪੁਰ ਤੇ ਜਾਚ ਅਸਨ ਕੋ ਖਾਵੋ। ਸਤਿਗੁਰ ਜੀ ਕਹਿਣ ਲੱਗੇ, ਕਿਉਂਕਿ ਸਤਿਗੁਰ ਜੀ ਨੂੰ ਤੇ ਕੋਈ ਕਿਸੇ ਤਰ੍ਹਾਂ ਦੀ ਤਾਂਘ ਹੀ ਨਹੀਂ ਹੈ। ਗੁਰੂ ਸਾਹਿਬ ਜੀ ਤੇ ਨਿਰਾਹਾਰ ਕਈ ਕਿਨੇ ਰਹਿ ਲੈਂਦੇ ਸਨ, ਨਾ ਕਿਸੇ ਕੋ ਮੰਗਣਾ, ਨਾ ਉਹਨਾਂ ਦਾ ਸੁਭਾਅ ਸੀ। ਉਹ ਤੇ ਸਗੋਂ ਲੋਕਾਂ ਨੂੰ ਉਪਦੇਸ਼ ਦਿੰਦੇ ਸਨ, ਭਾਈ ਕਿਰਤ ਕਰੋ ਤੁਸੀਂ। ਸਤਿਗੁਰੂ ਜੀ ਇਹਨਾਂ ਨੂੰ ਦੇਖ ਕੇ ਕਹਿਣਗੇ, ਭਾਈ ਰੱਬੀ ਪਿਆਰਿਓ, ਜੇ ਤੁਹਾਨੂੰ ਕਿਸੇ ਨੇ ਰੋਟੀ ਪਾਣੀ ਨਹੀਂ ਖਵਾਇਆ, ਤੁਸੀਂ ਆਪ ਨਗਰ ਵਿੱਚ ਚਲੇ ਜਾਓ, ਕੋਈ ਮਿਲ ਜਾਏਗਾ ਤੁਹਾਨੂੰ ਰੋਟੀ ਪਾਣੀ ਖਵਾ ਦੇਵੇਗਾ। ਜੇ ਬੈਠਿਓ ਦੇਵੈ ਕੋ ਨਾਹੀ, ਘਰ ਮੈਂ ਜਾਏ ਜਾਚ ਕਿਨ ਖਾਹੀ। ਇੱਥੇ ਬੈਠਿਆ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ, ਚਲੋ ਲੈ ਲਓ। ਜੇ ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਨਹੀਂ ਸਹਿਣ ਕਰ ਸਕਦੇ, ਕਿਸੇ ਪਾਸੋਂ ਜਾ ਕੇ ਪੁੱਛ ਲਓ ਰੋਟੀ ਪਾਣੀ ਦੀ ਖਾਤਰ। ਮਰਦਾਨੇ ਤੂੰ ਜਾਹੇ ਸੰਘਾਰੇ, ਆਵਤ ਲਾਲੋ ਲਿਓ ਹਕਾਰੇ। ਸਤਿਗੁਰੂ ਜੀ ਕਹਿੰਦੇ, ਮਰਦਾਨਿਆਂ ਲੈ ਜਾ ਇਹਨਾਂ ਨੂੰ ਨਗਰ ਦੇ ਅੰਦਰ। ਤੇ ਜਾਂਦਾ ਜਾਂਦਾ ਭਾਈ ਲਾਲੋ ਨੂੰ ਬੁਲਾ ਲਿਆ, ਕਿਉਂਕਿ ਭਾਈ ਲਾਲੋ ਜੀ ਗੁਰੂ ਕਾ ਸੰਗੀ ਹੈ, ਬੜਾ ਧਰਮਾਤਮਾ ਪੁਰਖ ਹੈ। ਸਤਿਗੁਰੂ ਜੀ ਕਹਿਣਗੇ, ਮਰਦਾਨਿਆਂ ਇਹਨਾਂ ਨੂੰ ਨਗਰ ਛੱਡ ਦੇਵੀਂ ਤੇ ਤੂੰ ਨਾਲੇ ਭਾਈ ਲਾਲੋ ਨੂੰ ਬੁਲਾ ਲਿਆ, ਇਹਨਾਂ ਜਿੰਨੇ ਵੀ ਬੈਠੇ ਸੰਤ ਲੋਕ ਲੈ ਜਾ ਇਹਨਾਂ ਨੂੰ। ਸ਼ੇਰ ਗੁਰ ਕੀ ਸੁਨ ਕੈ ਅਸ ਆਇਸ, ਮਰਦਾਨਾ ਦਵੈ ਸੰਤ ਸਿਧਾਇਸ। ਸਤਿਗੁਰੂ ਜੀ ਦੀ ਆਗਿਆ ਸੁਣੀ ਤੇ ਦੋ ਸਨ ਉਹ ਧਰਮਾਤਮਾ ਪੁਰਖ ਜਿਹੜੇ ਉੱਥੇ ਬੈਠੇ, ਉਹਨਾਂ ਨੂੰ ਨਾਲ ਲੈ ਕੇ ਮਰਦਾਨਾ ਜੀ ਤੁਰ ਪਏ ਸ਼ਹਿਰ ਵੱਲ ਨੂੰ, ਨਗਰ ਵੱਲ ਨੂੰ। ਜਹਾਂ ਪਠਾਨ ਮਹਾਨ ਨਿਕੇਤਾ, ਗਏ ਤਹਾਂ ਅਨ ਲੈਨੇ ਹੇਤਾ। ਪਠਾਣਾਂ ਦੇ ਵੱਡੇ ਵੱਡੇ ਘਰ ਸਨ ਤੇ ਉਹ ਜਿਹੜੇ ਸਨ ਉਹ ਫਕੀਰ ਲੋਕ ਉੱਥੇ ਜਾ ਕੇ ਰੋਟੀ ਪਾਣੀ ਮੰਗਣ ਜਾਂ ਖਾਣ ਦੀ ਖਾਤਰ ਰੁਕ ਗਏ। ਜਾਚਨ ਕਰੈ ਜਾਏ ਜਿਸ ਪਾਹੀ, ਸੁਣੈ ਬਹੁਰ ਉਤਰਦੇ ਨਾਹੀ। ਉਹਨਾਂ ਜਿੱਥੇ ਵੀ ਜਾ ਕੇ ਕਿਹਾ ਸਾਨੂੰ ਭੁੱਖ ਲੱਗੀ, ਕਿਸੇ ਨੇ ਉਹਨਾਂ ਦੀ ਗੱਲ ਸੁਣੀ ਨਹੀਂ, ਧਿਆਨ ਨਹੀਂ ਦਿੱਤਾ ਉਹਨਾਂ ਦੀ ਗੱਲ ਵੱਲ। ਮਦ ਪਾਣੀ ਬੋਲੇ ਦੁਰਬੈਨਾ, ਜਾਚਤ ਫਿਰੇ ਤਹਾਂ ਬਹੁ ਐਨਾ। ਸਭ ਸ਼ਰਾਬੀ ਨੇ ਜ਼ਿਆਦਾਤਰ ਤੁਰੇ ਫਿਰਦੇ ਵਿਆਹਾਂ ਦੀ ਖੁਸ਼ੀ ਵਿੱਚ, ਤੇ ਸਗੋਂ ਇਹਨਾਂ ਨੂੰ ਉਹਨਾਂ ਨੇ ਕਬੋਲ ਹੀ ਬੋਲੇ, ਅੱਗੋਂ ਕੋਈ ਵਧੀਆ ਗੱਲ ਨਾ ਕਹੀ। ਪਰਵੇਸ਼ ਇਕ ਨਿਕੇਤ ਕੇ ਮਾਹੀ, ਜਾਚੋ ਅਨ ਜਾਏ ਤਿਹ ਪਾਈ। ਘਰ ਦੇ ਮੂਹਰੇ ਗਏ ਨੇ, ਉੱਥੇ ਜਾ ਕੇ ਨਾ ਕਿਹਾ ਭਾਈ ਭੁੱਖ ਲੱਗੀ ਹੈ, ਸਾਨੂੰ ਕੋਈ ਪ੍ਰਸ਼ਾਦਾ ਪਾਣੀ ਛਕਾ ਦਿਓ। ਦਿਓ ਨ ਕਛ ਨਹਿ ਬੋਲੇ ਬਾਣੀ, ਤੇ ਛਿਨ ਆਵੈ ਇੱਕ ਮਦ ਪਾਣੀ। ਖੜੇ ਸਨ, ਉਹਨਾਂ ਨੇ ਰੋਟੀ ਪਾਣੀ ਤਾਂ ਕੀ ਖਵਾਉਣਾ। ਇੱਕ ਸ਼ਰਾਬੀ ਜਿਹਾ ਬੰਦਾ ਅੰਦਰੋਂ ਨਿਕਲਿਆ, ਉਹ ਭੱਜ ਕੇ ਇਹਨਾਂ ਵੱਲ ਆ ਗਿਆ। ਮਰਦਾਨੇ ਕੋ ਦੀਨ ਤਕੇਲਾ, ਬਹੁ ਬਲ ਸੋ ਤਰਨੀ ਪੁਰ ਮੇਲਾ। ਜਦੋਂ ਆਇਆ ਉਹਨੇ ਮਰਦਾਨੇ ਨੂੰ ਧੱਕਾ ਮਾਰਿਆ ਤੇ ਮਰਦਾਨਾ ਧਰਤੀ ਤੇ ਡਿੱਗ ਪਿਆ। ਚੋਟ ਲਗੀ ਪਾਈ ਤਨ ਪੀਰਾ, ਪੁਰ ਤਜ ਚਲੇ ਤੁਰਤ ਪ੍ਰਭ ਧੀਰਾ। ਮਰਦਾਨਾ ਜੀ ਨੂੰ ਸੱਟ ਲੱਗੀ ਉਸ ਵੇਲੇ, ਤੇ ਉਹ ਕੁਦਰਤੀ ਹੈ, ਸੱਟ ਲੱਗੇ ਤੇ ਪੀੜ ਹੁੰਦੀ ਹੈ। ਉਸ ਵੇਲੇ ਇਹ ਵਿੱਚੇ ਹੀ ਉਹ ਜਿਹੜੇ ਨਾਲ ਇਹਨਾਂ ਦੇ ਫਕੀਰ ਸਨ ਤੇ ਮਰਦਾਨਾ ਜੀ ਵਾਪਸ ਮੁੜ ਪਏ। ਲਾਲੋ ਕੋ ਬੁਲਾਏ ਨਿਜ ਸਾਥਾ, ਆਏ ਜਹ ਬੈਠੇ ਜਗਨਾਥਾ। ਜਲਦੀ ਨਾਲ ਲਾਲੋ ਨੂੰ ਬੁਲਾਇਆ ਤੇ ਨਾਲ ਲੈ ਕੇ ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਆ ਪਹੁੰਚੇ। ਔਰ ਜੇ ਦਾਣੇ ਕਸ਼ੁਕ ਤਿਆਰੀ, ਲੈ ਸੋ ਲਾਲੋ ਤਰੇ ਅਗਾਰੀ। ਲਾਲੋ ਜੀ ਦੇ ਕੋਲ ਜੋ ਸੀ ਉਸ ਵੇਲੇ ਉਹ ਦਾਣੇ ਸਨ ਕੋ ਭੁੱਜੇ ਹੋਏ, ਭਾਈ ਲਾਲੋ ਜੀ ਲਿਆ ਕੇ ਸਤਿਗੁਰੂ ਜੀ ਅੱਗੇ ਉਹਨਾਂ ਰੱਖ ਦਿੱਤੇ। ਪਾਇਨ ਪਾਸ ਉਪਾਇਨ ਕਰਕੇ, ਕਹਿਓ ਜੋਰ ਕਰ ਸਿਰ ਧਰ ਧਰ ਕੇ। ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਬੇਨਤੀ ਕੀਤੀ ਹੈ। ਕਹਿਣ ਲਗਾ ਬਿਤਿਓ ਚਿਰ ਕਾਲਾ, ਰਾਵਰ ਦਰਸ਼ਨ ਦੀਨ ਦਿਆਲਾ। ਬੇਨਤੀ ਕੀਤੀ, ਪਾਤਸ਼ਾਹ ਬੜੇ ਚਿਰਾਂ ਬਾਅਦ ਤੁਹਾਡੇ ਦੀਦਾਰ ਹੋਏ ਨੇ,
ਇੰਨਾ ਟਾਈਮ ਤੁਸੀਂ ਲਗਾਤਾ ਦਰਸ਼ਨ ਦੇਣ ਲਈ। ਕੁਸ਼ਲ ਪ੍ਰਸੰਨ ਕਰ ਕੈ ਸੰਗ ਤਾਹੀ, ਬੈਠਾ ਰਹਿਓ ਪ੍ਰਭ ਆਪਨ ਪਾਹੀ। ਗੱਲਬਾਤ ਹੋਈ, ਰਾਜੀ ਖੁਸ਼ੀ ਪੁੱਛੀ ਅਤੇ ਦੱਸੀ ਗਈ। ਇਸ ਤਰ੍ਹਾਂ ਕੋਲ ਬੈਠੇ ਹਨ ਸਤਿਗੁਰੂ ਜੀ ਦੇ ਸਾਰੇ। ਬਹੁਰੂ ਦੋ ਸੰਤ ਸੋ ਪਾਸ਼ੇ, ਕਿਸ ਬਿਦ ਹਟ ਆਏ ਤੁਮ ਸੁਛੇ। ਮਰਦਾਨਾ ਜੀ ਤੇ ਆ ਗਏ ਸਨ ਉੱਥੋਂ, ਕਿਉਂਕਿ ਮਰਦਾਨਾ ਜੀ ਦਾ ਮਕਸਦ ਜਾ ਕੇ ਰੋਟੀਆਂ ਮੰਗਣਾ ਨਹੀਂ ਸੀ, ਨਾ ਸਤਿਗੁਰੂ ਜੀ ਇਸ ਕੰਮ ਲਈ ਉਹਨੂੰ ਜਾਣ ਦਿੰਦੇ ਸਨ। ਮਰਦਾਨਾ ਜੀ ਨੇ ਤੇ ਲਾਲੋ ਨੂੰ ਬੁਲਾਉਣਾ ਸੀ, ਲੈ ਕੇ ਆ ਗਏ। ਤੇ ਉਹ ਜਿਹੜੇ ਦੋ ਫਕੀਰ ਸਨ ਉਹ ਵੀ ਵਿਚਾਰੇ ਫਿਰ ਤੁਰ ਕੇ ਇਧਰ ਉਧਰ ਖਵਾਰ ਹੋ ਕੇ ਵਾਪਸ ਆ ਗਏ। ਸੁਣਤ ਫਕੀਰਨ ਸਰਬ ਬਤਾਈ, ਮਰਦਾਨੇ ਕੀ ਚੋਟ ਦਿਖਾਈ। ਫਕੀਰਾਂ ਨੇ ਆ ਕੇ ਸਾਰੀ ਗੱਲ ਦੱਸੀ। ਮਰਦਾਨੇ ਨੇ ਨਹੀਂ ਦੱਸਿਆ ਕਿ ਮੇਰੇ ਸੱਟ ਲੱਗੀ ਆ ਜਾਂ ਨਾ ਧੱਕਾ ਮਾਰਿਆ। ਉਹਨਾਂ ਫਕੀਰਾਂ ਨੇ ਆ ਕੇ ਸਾਰੀ ਗੱਲ ਦੱਸੀ। ਮਹਾਰਾਜ ਉੱਥੇ ਤੇ ਇੱਕ ਸ਼ਰਾਬੀ ਨੇ ਧੱਕਾ ਮਾਰਤਾ ਮਰਦਾਨੇ ਨੂੰ, ਇਹਦੇ ਸੱਟ ਲੱਗ ਗਈ ਹੈ। ਪਾਮਰ ਪੁਰਖ ਰਹਿ ਪੁਰ ਮਾਹੀ, ਹਰ ਸੰਤਨ ਜਹ ਆਦਰ ਨਾਹੀ। ਮਹਾਰਾਜ ਬੜੇ ਮੂਰਖ ਲੋਕ ਰਹਿੰਦੇ ਨੇ। ਚਲੋ ਕਿਸੇ ਦਾ ਆਦਰ ਨਹੀਂ ਕਰਨਾ ਤੇ ਨਿਰਾਦਰ ਵੀ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਧੱਕੇ ਨਹੀਂ ਮਾਰਨੇ ਚਾਹੀਦੇ। ਸੇਵਾ ਕਰਨੀ ਰਹੀ ਸੁਰੀਤੀ, ਬੇਮੁਖ ਦੇ ਦੁੱਖ ਕੇ ਵਿਪਰੀਤੀ। ਇਹਨਾਂ ਨੇ ਕਿਸੇ ਦੀ ਸੇਵਾ ਤਾਂ ਕੀ ਕਰਨੀ ਹੈ, ਉਹ ਤੇ ਇੱਕ ਵੱਖਰੀ ਗੱਲ ਹੈ, ਪਰ ਇਹਨੇ ਬੇਮੁਖ ਨੇ ਕਿ ਆਏ ਗਏ ਨੂੰ ਇਦਾਂ ਇਹ ਧੱਕੇ ਮਾਰਦੇ ਨੇ, ਨਿਰਾਦਰ ਕਰਦੇ ਨੇ, ਕਬੋਲ ਬੋਲਦੇ ਨੇ। ਸੁਣਤ ਅਵਗਿਆ ਸੰਤਨ ਕੇਰੀ, ਰੇਸੋ ਭਜੀ ਮਨ ਮਾਹੇ ਕਨੇਰੀ। ਸਤਿਗੁਰੂ ਜੀ ਨੇ ਗੱਲ ਸੁਣੀ ਤੇ ਉਹਨਾਂ ਦੇ ਮਨ 'ਚ ਬੜਾ ਖਿਆਲ ਹੈ ਵੀ ਕਿੱਦਾਂ ਦੇ ਲੋਕ ਨੇ। ਪਿੰਡ 'ਚ ਕੋਈ ਆ ਜਾਏ, ਕੋਈ ਭਾਵੇਂ ਬੇਗਾਨਾ ਹੋਏ, ਉਹਨੂੰ ਆਪਾਂ ਨਹੀਂ ਜਾਣਦੇ, ਪਰ ਧੱਕੇ ਮਾਰਨੇ, ਗਾਲਾਂ ਕੱਢਣੀਆਂ, ਕਬੋਲ ਬੋਲਣੇ, ਇਹ ਤੇ ਕੋਈ ਸਭਿਅਤਾ ਨਹੀਂ ਨਾ, ਇਹ ਤੇ ਕੋਈ ਜ਼ਿੰਦਗੀ ਦੀ ਨੈਤਿਕਤਾ ਨਹੀਂ ਨਾ ਕਿਸੇ ਨੂੰ, ਇਹ ਤੇ ਡਿੱਗੇ ਹੋਏ ਸਮਾਜ ਦੀ ਨਿਸ਼ਾਨੀ ਹੈ। ਤੇ ਛਿਨ ਲਾਲੋ ਸਨਮੁਖ ਬੈਸਾ, ਤੇ ਸੋ ਕਹਿਓ ਸ਼ਬਦ ਮੁਖ ਐਸਾ। ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਨੇ ਉਸ ਵੇਲੇ ਲਾਲੋ ਨੂੰ ਸੰਬੋਧਨ ਕਰਕੇ ਬਚਨ ਕੇ। ਦਰਅਸਲ ਜਦੋਂ ਸਮਾਜ ਇੰਨਾ ਡਿੱਗ ਜਾਏ ਨਾ, ਉਦੋਂ ਕਿਸੇ ਨਾ ਕਿਸੇ ਰੂਪ ਸਮਾਜ ਨੂੰ ਦੁੱਖ ਭੋਗਣਾ ਹੀ ਪੈਂਦਾ। ਜਦੋਂ ਸਮਾਜ ਕਦਰਾਂ ਕੀਮਤਾਂ ਤੋਂ ਹੇਠਾਂ ਡਿੱਗ ਜਾਏ, ਉਹ ਦੁੱਖ ਕਿਸ ਰੂਪ ਚ ਮਿਲਣਾ ਹੈ ਤੇ ਪ੍ਰਮਾਤਮਾ ਜਾਣਦਾ। ਸਤਿਗੁਰੂ ਸਾਹਿਬ ਜੀ ਨੇ ਉਸ ਵੇਲੇ ਦੀ ਜੋ ਸਮਾਜਿਕ ਹਾਲਤ ਸੀ ਜਾਂ ਮੁਲਕ ਦੇ ਹਾਲਾਤ ਸਨ ਬਣੇ ਹੋਏ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਉਹ ਸਭ ਨੂੰ ਦੇਖਦੇ ਆ। ਤੇ ਜੋ ਉਸ ਵੇਲੇ ਰਾਜਨੀਤਿਕ ਤੌਰ ਤੇ ਹਵਾਵਾਂ ਚੱਲ ਰਹੀਆਂ ਸਨ, ਕਿਉਂਕਿ ਇਹ ਜਿਹੜੇ ਸੰਤ ਮਹਾਤਮਾ ਤੁਰੇ ਫਿਰਦੇ ਸਨ, ਇਹ ਟੈਲੀਫੋਨ ਦਾ ਕੰਮ ਕਰਦੇ ਸਨ। ਉਦੋਂ ਇੱਧਰ ਦੀਆਂ ਖਬਰਾਂ ਉਧਰ, ਉਧਰ ਦੀਆਂ ਇੱਧਰ, ਇਹ ਪਹੁੰਚਾਇਆ ਕਰਦੇ ਸਨ। ਏਮਨਾਬਾਦ ਨਗਰ ਤੋਂ ਆਉਂਦੇ ਜਾਂਦੇ ਸੰਤ ਲੰਘਦੇ ਰਹਿੰਦੇ, ਔਰ ਗੁਰੂ ਸਾਹਿਬ ਜੀ ਨੂੰ ਬੜੇ ਮਿਲਦੇ ਸਨ ਇਦਾਂ ਦੇ ਸੰਤ ਧਰਮਾਤਮਾ। ਉਹਨਾਂ ਦਿਨਾਂ 'ਚ ਇਹ ਖਬਰਾਂ ਚੱਲ ਪਈਆਂ ਸਨ ਕਿ ਕਾਬਲ ਵੱਲੋਂ ਕੋਈ ਹਮਲਾਵਰ ਹਿੰਦੁਸਤਾਨ ਤੇ ਚੱਲ ਕੇ ਆ ਰਿਹਾ ਹੈ, ਉਹ ਲੁੱਟਦਾ ਹੋਇਆ, ਕੁੱਟਦਾ ਹੋਇਆ ਤੁਰਿਆ ਆ ਰਿਹਾ ਹੈ। ਸਤਿਗੁਰੂ ਜੀ ਅੰਤਰਜਾਮੀ ਸਤਿਗੁਰੂ ਜੀ ਨੇ ਇਸ ਨਗਰ ਦੇ ਲੋਕਾਂ ਦੇ ਜਾਂ ਆਪਣੇ ਪੂਰੇ ਮੁਲਕ ਦੇ ਹਾਲਾਤ ਦੇਖ ਕੇ ਮਰਦਾਨੋ ਨਾਲ ਗੱਲਬਾਤ ਕਰਦਿਆਂ, ਲਾਲੋ ਨਾਲ ਗੱਲਬਾਤ ਕਰਦਿਆਂ ਇੱਕ ਬਚਨ ਉਚਾਰਨ ਕੀਤਾ। ਜਿਹ ਤੇ ਦੁਸ਼ਟ ਪਠਾਨ ਕੁਚਾਲੇ, ਮਰੈ ਪਾਏ ਕੈ ਕਸ਼ਟ ਵਿਸਾਲੇ। ਜਿਸ ਤਰੀਕੇ ਦੇ ਨਾਲ ਉਸ ਵੇਲੇ ਦੇ ਰਾਜਨੀਤਿਕ ਲੋਕਾਂ ਦੇ ਹਾਲਾਤ ਸਨ ਜਾਂ ਆਗੂ ਸਨ ਜਿਹੜੇ, ਜੋ ਉਹਨਾਂ ਦਾ ਚਾਲ ਚੱਲਣ ਸੀ, ਉਹਨੂੰ ਦੇਖ ਕੇ ਤਿਨ ਕੀ ਸਫਾ ਉਠਾਵਣ ਹੇਤੂ, ਬੋਲੇ ਬਚ ਮੇਦੀ ਕੁਲ ਕੇਤੂ। ਮੇਦੀ ਕੁਲ ਦੇ ਨਿਸ਼ਾਨ ਸਤਿਗੁਰੂ ਜੀ ਨੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਕਿਹਾ, ਭਾਈ ਲਾਲੋ, ਜਦੋਂ ਇੰਨਾ ਕੋਈ ਬੰਦਾ ਡਿੱਗ ਜਾਏ ਨਾ, ਉਹਦੇ ਚੋਂ ਨੈਤਿਕਤਾ ਖਤਮ ਹੋ ਜਾਏ, ਤੇ ਉਦੋਂ ਬਾਅਦ ਇੱਕ ਸਿਆਣਿਆਂ ਦਾ ਬਚਨ, ਤਪੋ ਰਾਜ ਤੇ ਰਾਜੋ ਨਰਕ। ਉਦੋਂ ਬਾਅਦ ਪ੍ਰਮਾਤਮਾ ਇਹੋ ਜਿਹੇ ਲੋਕਾਂ ਦੀਆਂ ਸਫਾਂ ਵਲੇੜ ਦਿੰਦਾ ਹੈ। ਪ੍ਰਮਾਤਮਾ ਕਿਵੇਂ ਵਲੇੜਦਾ ਹੈ? ਸਤਿਗੁਰੂ ਜੀ ਨੇ ਤਿਲੰਗ ਰਾਗ ਦਾ ਇੱਕ ਮੁੱਖ ਵਾਕ ਇਸ ਸਥਾਨ ਤੇ ਉਸ ਵੇਲੇ ਉਚਾਰਿਆ। ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਸਤਿਗੁਰੂ ਜੀ, ਭਾਈ ਲਾਲੋ, ਜੋ ਮੈਨੂੰ ਪ੍ਰਮਾਤਮਾ ਵੱਲੋਂ ਇਲਹਾਮ ਹੋ ਰਿਹਾ ਹੈ, ਜੋ ਪ੍ਰਮਾਤਮਾ ਵੱਲੋਂ ਮੈਨੂੰ ਗਿਆਨ ਮਿਲ ਰਿਹਾ ਹੈ, ਸੰਦੇਸ਼ ਮਿਲ ਰਿਹਾ, ਉਹ ਮੈਂ ਤੈਨੂੰ ਦੱਸਦਾ ਕਿ ਇਸ ਮੁਲਕ ਦੇ ਹਾਲਾਤ ਕੀ ਬਣਨੇ ਨੇ, ਇਹਨਾਂ ਲੋਕਾਂ ਦਾ ਹਾਲ ਕੀ ਹੋਣਾ ਹੈ। ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਾਰਨ ਹੈ ਕਿ ਕਾਬਲ ਵੱਲੋਂ ਇੱਕ ਪਾਪ ਦੀ ਜੰਜ ਲੈ ਕੇ ਤੁਰਿਆ ਆ ਰਿਹਾ ਹੈ।
ਇਹ ਲੋਕੀ ਹੁਣ ਆਏ ਗਏ ਨੂੰ ਰੋਟੀ ਨਹੀਂ ਨਾ ਖਵਾਉਂਦੇ ਜਿਹੜੇ ਲੋਕ। ਇੱਥੇ ਕੋਈ ਸਤਿਗੁਰ ਜੀ ਨੇ ਇਹਨਾਂ ਨੂੰ ਸਰਾਫ ਨਹੀਂ ਦਿੱਤਾ। ਸਰਾਫ ਤਾਂ ਸਤਿਗੁਰ ਜੀ ਦੇ ਹੀ ਨਹੀਂ ਸਕਦੇ, ਉਹ ਤਾਂ ਸਰਾਫ ਕੱਟਣ ਵਾਲੇ ਨੇ, ਦਿਆਲੂ ਨੇ। ਸਤਿਗੁਰ ਜੀ ਨੇ ਦੱਸਿਆ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਜੋ ਆਪਾਂ ਬੀਜਾਂਗੇ ਨਾ ਉਹ ਮਿਲਦਾ। ਜੇ ਅਸੀਂ ਲੋਕਾਂ ਨੂੰ ਧੱਕੇ ਮਾਰਾਂਗੇ ਤੇ ਸਾਨੂੰ ਧੱਕੇ ਜ਼ਰੂਰ ਮਿਲਣਗੇ। ਗੁਰਬਾਣੀ ਕਹਿੰਦੀ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕੁਦਰਤ ਦਾ ਇੱਕ ਨਿਯਮ ਹੈ, ਜੋ ਦਿਓਗੇ ਉਹ ਤੁਹਾਨੂੰ ਕਈ ਗੁਣਾ ਵੱਧ ਕੇ ਮਿਲਣਾ ਹੈ। ਹੁਣ ਜਿਸ ਸਮਾਜ 'ਚ ਆਮ ਲੋਕਾਂ ਨੂੰ, ਗਰੀਬਾਂ ਨੂੰ ਧੱਕੇ ਪੈਣ, ਜਿਸ ਸਮਾਜ ਵਿੱਚ ਲੋਕਾਂ ਤੇ ਜ਼ੁਲਮ ਹੋਏ, ਉਹ ਲੋਕੀ ਸੁੱਖ ਨਹੀਂ ਕਦੀ ਮਾਣ ਸਕਦੇ। ਸਤਿਗੁਰੂ ਜੀ ਕਹਿਣ ਲੱਗੇ ਕਿ ਜੋ ਹਾਲਾਤ ਨੇ ਆਪਣੇ ਮੁਲਕ ਦੇ, ਕਾਬਲ ਵੱਲੋਂ ਇੱਕ ਬੰਦਾ ਪਾਪ ਦੀ ਜੰਜ ਲੈ ਕੇ ਆ ਰਿਹਾ, ਹੁਣ ਤੇ ਲੋਕੀ ਆਏਗੇ ਨੂੰ ਪੁੱਛਦੇ ਨਹੀਂ ਨਾ, ਤੇ ਫਿਰ ਇਹਨਾਂ ਕੋਲ ਜ਼ਬਰਦਸਤੀ ਉਹ ਮੰਗੇਗਾ, ਖੋ ਕੇ ਲੈ ਜਾਏਗਾ। ਸਰਮ ਧਰਮ ਕੀ ਦੋਇ ਛਪ ਖਲੋਏ, ਕੋੜ ਫਿਰੈ ਪ੍ਰਧਾਨ ਵੇ ਲਾਲੋ। ਭਾਈ ਲਾਲੋ, ਸਮਾਜ ਵਿੱਚੋਂ ਸ਼ਰਮ ਖਤਮ ਹੋ ਗਈ, ਧਰਮ ਖਤਮ ਹੋ ਗਿਆ, ਲੁਕ ਗਏ ਨੇ। ਨਾ ਈਮਾਨ ਹੈ ਲੋਕਾਂ ਦੇ ਮਨਾਂ 'ਚ, ਨਾ ਦਇਆ ਹੈ, ਤੇ ਨਾ ਹੀ ਰਿਸ਼ਤਿਆਂ ਦੇ ਅੰਦਰ ਕੋਈ ਸੰਗ ਸ਼ਰਮ ਰਹਿ ਗਈ ਹੈ। ਇਸ ਕਰਕੇ ਜਿੱਧਰ ਵੀ ਦੇਖੋ ਕੂੜ ਫਿਰੇ ਪ੍ਰਧਾਨ ਵੇ ਲਾਲੋ। ਹਰ ਥਾਂ ਤੇ ਝੂਠ ਹੀ ਪ੍ਰਧਾਨ ਹੈ। ਕਹਿੰਦੇ ਜੀ ਝੂਠ ਤੋਂ ਬਿਨਾਂ ਤੇ ਕੰਮਕਾਰ ਨਹੀਂ ਚੱਲਦੇ, ਝੂਠ ਤੋਂ ਬਿਨਾਂ ਰਾਜਨੀਤੀ ਨਹੀਂ ਚੱਲਦੀ। ਝੂਠ ਵੀ ਇੱਥੇ ਤੱਕ ਪਹੁੰਚ ਗਿਆ ਕਿ ਧਰਮ ਦਾ ਆਸਰਾ ਲੈ ਕੇ ਝੂਠ ਬੋਲਦੇ ਨੇ ਰਾਜਨੀਤਿਕ ਲੋਕ। ਧਰਮ ਦੀਆਂ ਸਹੁੰਆਂ ਖਾ ਕੇ, ਗੁਟਕਿਆਂ ਦੀਆਂ ਸਹੁੰਆਂ ਖਾ ਕੇ, ਝੂਠ ਬੋਲ ਬੋਲ ਕੇ ਰਾਜਗੱਦੀਆਂ ਲੈ ਲੈਂਦੇ ਨੇ। ਇਹਨੂੰ ਕਹਿੰਦੇ ਕੂੜ ਫਿਰੇ ਪ੍ਰਧਾਨ ਵੇ ਲਾਲੋ। ਸਾਰੇ ਪਾਸੇ ਕੂੜ ਹੀ ਪ੍ਰਧਾਨ ਬਣਿਆ ਹੈ। ਕਾਜੀਆ ਬਾਮਨਾ ਕੀ ਗਲ ਥਕੀ, ਅਗਦ ਪੜੈ ਸਤਾਨ ਵੇ ਲਾਲੋ। ਵਿਆਹਾਂ ਦੇ ਮੌਕੇ ਤੇ ਇਸਲਾਮ ਮਤ ਵਿੱਚ ਕਾਜੀ ਨਿਕਾਹ ਪੜਦਾ ਹੈ, ਹਿੰਦੂ ਮਤ ਵਿੱਚ ਬ੍ਰਾਹਮਣ ਜਿਹੜਾ ਹੈ ਉਹ ਵਿਆਹ ਪੜਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਲਾਲੋ ਇਹੋ ਜਿਹਾ ਸਮਾਂ ਆ ਰਿਹਾ ਹੈ, ਇੱਥੇ ਕਾਜੀ ਬਾਹਮਣ ਵਿਆਹ ਨਹੀਂ ਪੜਨਗੇ। ਹੁਣ ਇੱਥੇ ਤੇ ਸ਼ੈਤਾਨ ਹੀ ਆਏਗਾ, ਭਾਵ ਕਿ ਜ਼ਬਰਦਸਤੀ ਇਹਨਾਂ ਧੀਆਂ ਬੇਟੀਆਂ ਨੂੰ ਚੁੱਕ ਕੇ ਲੈ ਜਾਣਗੇ ਅਗਲੇ। ਸ਼ੈਤਾਨ ਹੀ ਇੱਥੇ ਤਾਂ ਕੰਮ ਕਰੇਗਾ ਇਹ ਸਾਰੇ। ਹੁਣ ਮੁਸਲਮਾਨਿਆ ਪੜੈ ਕਤੇਬਾ, ਕਸ਼ਟ ਮਹਿ ਕਰੈ ਖੁਦਾਏ ਵੇ ਲਾਲੋ। ਭਾਈ ਲਾਲੋ, ਆ ਜਿਹੜੇ ਹੁਣ ਰੱਬ ਨੂੰ ਨਹੀਂ ਨਾ ਯਾਦ ਕਰਦੇ, ਕਿਉਂਕਿ ਇੱਕ ਮਨੁੱਖ ਦਾ ਸੁਭਾਅ ਹੈ, ਜੇ ਸੁੱਖ ਹੋਏ ਤੇ ਰੱਬ ਭੁੱਲ ਜਾਂਦਾ ਹੈ। ਸੁੱਖ ਵੇਲੇ ਬੰਦਾ ਬੁਰਾਈਆਂ 'ਚ ਪੈ ਜਾਂਦਾ ਹੈ। ਸੁੱਖ ਨੂੰ ਰੋਗ ਕਿਹਾ ਗਿਆ, ਦੁੱਖ ਦਾਰੂ ਸੁੱਖ ਰੋਗ ਪਿਆ। ਚਾਹੀਦਾ ਤਾਂ ਇਹ ਜੇ ਪ੍ਰਮਾਤਮਾ ਨੇ ਸੁੱਖ ਦਿੱਤਾ ਹੈ ਤੇ ਸੁੱਖ ਬਹੁਤਾ ਧੰਨਵਾਦ ਕਰੀਏ। ਜੇ ਵਾਹਿਗੁਰੂ ਜੀ ਨੇ ਸਾਨੂੰ ਵੱਡਾ ਘਰ ਦਿੱਤਾ ਹੈ ਤੇ ਅਸੀਂ ਦੂਜਿਆਂ ਨਾਲੋਂ ਬਹੁਤਾ ਧੰਨਵਾਦ ਕਰੀਏ ਕਿ ਵਾਹਿਗੁਰੂ ਤੁਸੀਂ ਕਿਰਪਾ ਕੀਤੀ, ਸਾਨੂੰ ਇੰਨੇ ਸੋਹਣੇ ਘਰ ਦਿੱਤੇ ਰਹਿਣ ਦੇ ਲਈ ਤੁਹਾਡਾ ਧੰਨਵਾਦ ਹੈ। ਜੇ ਵੱਡਾ ਕਾਰੋਬਾਰ ਦਿੱਤਾ ਹੈ ਤੇ ਪ੍ਰਮਾਤਮਾ ਦਾ ਬਹੁਤਾ ਧੰਨਵਾਦ ਕਰੀਏ ਕਿ ਤੁਸੀਂ ਸਾਡੇ ਤੇ ਇੰਨੀ ਦਇਆ ਕੀਤੀ, ਇੰਨੇ ਸੋਹਣੇ ਕਾਰੋਬਾਰ ਦੇ ਯੋਗ ਸਮਝਿਆ, ਸਾਨੂੰ ਤੁਹਾਡਾ ਧੰਨਵਾਦ ਹੈ। ਜੇ ਵੱਡਾ ਰੁਤਬਾ ਹੈ, ਵੱਡਾ ਰਾਜ ਭਾਗ ਹੈ, ਵੱਡੀ ਹਕੂਮਤ ਹੈ, ਤੇ ਪ੍ਰਮਾਤਮਾ ਦਾ ਵੱਡਾ ਧੰਨਵਾਦ ਕਰੀਏ ਕਿ ਸਾਨੂੰ ਵਾਹਿਗੁਰੂ ਜੀ ਇਹਨਾਂ ਚੀਜ਼ਾਂ ਦੇ ਤੁਸੀਂ ਯੋਗ ਸਮਝਿਆ, ਇੰਨੇ ਰੁਤਬੇ ਦਿੱਤੇ ਨੇ। ਪਰ ਕੰਮ ਉਲਟ ਹੈ, ਜਿੰਨਾ ਵੱਡਾ ਰੁਤਬਾ ਉਹਨਾਂ ਜ਼ਿਆਦਾ ਹੰਕਾਰੀ ਬੰਦਾ ਹੋ ਜਾਂਦਾ ਹੈ, ਉਹਨਾਂ ਜ਼ਿਆਦਾ ਵਿਕਾਰੀ ਹੋ ਜਾਂਦਾ ਹੈ। ਚਾਹੀਦਾ ਤਾਂ ਸੀ ਕਿ ਇਹ ਜਿਹੜੀਆਂ ਵਾਹਿਗੁਰੂ ਜੀ ਨੇ ਸਾਨੂੰ ਸੁੱਖ ਸਹੂਲਤਾਂ ਬਹੁਤੀਆਂ ਦਿੱਤੀਆਂ ਨੇ, ਇਹਨਾਂ 'ਚ ਬੈਠ ਕੇ ਸਗੋਂ ਵਾਹਿਗੁਰੂ ਨੂੰ ਜਪਣ ਦਾ ਸਾਡੇ ਕੋਲ ਬਹੁਤੇ ਚਾਂਸ ਨੇ, ਰੱਬ ਦੀ ਬੰਦਗੀ ਕਰਨ ਦੇ ਬਹੁਤ ਚਾਂਸ ਨੇ। ਸਾਡੇ ਕੋਲ ਟਾਈਮ ਵੀ ਨਿਕਲ ਸਕਦਾ ਹੈ, ਸਾਡੇ ਕੋਲ ਪੈਸੇ ਦੀ ਵੀ ਕਮੀ ਨਹੀਂ ਹੈ, ਸਾਡੇ ਕੋਲ ਸਹੂਲਤਾਂ ਦੀ ਵੀ ਕਮੀ ਨਹੀਂ ਹੈ। ਪਰ ਹੁੰਦਾ ਕੀ ਹੈ, ਬਜਾਏ ਇਹਦੇ ਕਿ ਰੱਬ ਦੀਆਂ ਦਿੱਤੀਆਂ ਇਹਨਾਂ ਦਾਤਾਂ ਦੇ ਰਹੇ ਅਸੀਂ ਰੱਬ ਦੇ ਪਿਆਰ 'ਚ ਜੁੜੀਏ, ਬੰਦਾ ਇਹਨਾਂ ਨੂੰ ਔਗੁਣਾਂ ਲਈ ਵਰਤਣਾ ਸ਼ੁਰੂ ਕਰ ਦਿੰਦਾ, ਵਿਕਾਰਾਂ ਲਈ ਵਰਤਣਾ ਸ਼ੁਰੂ ਕਰ ਦਿੰਦਾ। ਜੇ ਬੰਦੇ ਨੂੰ ਜਾਂਚ ਨਾ ਹੋਵੇ, ਬਾਂਦਰ ਹੁੰਦਾ ਨਾ, ਬਾਂਦਰ ਨੂੰ ਅੱਗ ਫੜਾ ਦਿਓ, ਘਰ ਨੂੰ ਸਾੜ ਕੇ ਸੁਆਹ ਕਰ ਦੇਵੇਗਾ। ਮਨੁੱਖ ਦੀ ਮੱਤ ਵੀ ਕਿਤੇ ਜਾ ਕੇ ਬਾਂਦਰ ਵਰਗੀ ਬਣ ਜਾਂਦੀ ਹੈ। ਇਹਨਾਂ ਚੀਜ਼ਾਂ ਨਾਲ ਉਹਨੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਸੀ, ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਉਹਨੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਸੀ, ਤੰਦਰੁਸਤੀ ਵੱਲ ਵਧਣਾ ਸੀ। ਪਰ ਹੋਇਆ ਕਿ ਬਹੁਤੇ ਆ ਕੇ ਖਾ ਖਾ ਕੇ ਰੋਗੀ ਬਣ ਗਿਆ ਬੰਦਾ, ਨਸ਼ੇ ਕਰ ਕਰਕੇ ਆਪਣੀ ਜ਼ਿੰਦਗੀ ਗਾਲ ਲਈ, ਵਿਕਾਰ ਕਰ ਕਰਕੇ ਆਪਣੇ ਜੀਵਨ ਨੂੰ ਆਪ ਵੀ ਬਰਬਾਦ ਕੀਤਾ। ਸਮਾਜ ਵਿੱਚ ਭ੍ਰਿਸ਼ਟਾਚਾਰ ਨੂੰ ਪੈਦਾ ਕਰਨ ਵਾਲੀਆਂ ਦੋ ਤਾਕਤਾਂ ਨੇ, ਉਹ ਕਿਹੜੀਆਂ ਨੇ? ਇੱਕ ਭਿਖਾਰੀ ਲੋਕ ਤੇ ਇੱਕ ਸਰਮਾਏਦਾਰ ਲੋਕ। ਸਰਮਾਏਦਾਰ ਵੀ ਪੈਸਾ ਬਹੁਤ ਆ ਗਿਆ, ਬੱਚੇ ਬੁਰਾਈਆਂ ਵੱਲ ਤੁਰ ਪੈਂਦੇ ਨੇ, ਔਗਣਾਂ ਵੱਲ ਤੁਰ ਪੈਂਦੇ ਨੇ, ਸਰੇਆਮ ਹੀ ਗੁੰਡਾਗਰਦੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਸਮਾਜ ਵਿੱਚ ਭ੍ਰਿਸ਼ਟਾਚਾਰ ਵਰਤਣਾ ਸ਼ੁਰੂ ਹੋ ਜਾਂਦਾ ਹੈ। ਕੋਈ ਉਹਨਾਂ ਨੂੰ ਕਾਨੂੰਨਾਂ ਦੀ ਪਰਵਾਹ ਨਹੀਂ, ਕੋਈ ਨਿਯਮਾਂ ਦੀ, ਸ਼ਰਮ ਧਰਮ ਦੀ ਪਰਵਾਹ ਨਹੀਂ। ਇਸ ਤਰੀਕੇ ਨਾਲ ਸਤਿਗੁਰੂ ਜੀ ਕਹਿਣ ਲੱਗੇ ਕੂੜ ਫਿਰੇ ਪ੍ਰਧਾਨ ਵੇ ਲਾਲੋ।
ਲਾਲੋ ਕੂੜ ਹੀ ਪ੍ਰਧਾਨ ਹੈ ਇੱਥੇ, ਹੁਣ ਸ਼ਰਮ ਵੀ ਨਹੀਂ ਰਹੀ, ਧਰਮ ਵੀ ਨਹੀਂ ਰਹੀ। ਅੱਗੇ ਤੇ ਵਿਆਹ ਕਾਜੀ ਤੇ ਪੰਡਤ ਪੜਦੇ, ਹੁਣ ਵਿਆਹਾਂ ਦੇ ਥਾਂ ਤੇ ਸ਼ੈਤਾਨ ਹੀ ਆਏਗਾ ਜਿਹੜੇ ਇਹਨਾਂ ਦੇ ਬਹੂਆਂ ਬੇਟੀਆਂ ਨੂੰ ਚੁੱਕ ਕੇ ਲੈ ਜਾਏਗਾ, ਜਿਹੜੇ ਰੱਬ ਨੂੰ ਚੇਤੇ ਨਹੀਂ ਕਰਦੇ। ਫਿਰ ਜਦੋਂ ਆਇਆ ਨਾ ਦੁੱਖ ਬਿਪਤਾ, ਫਿਰ ਕਹਿੰਦਾ ਰੱਬ ਨੇ ਕਿੰਨਾ ਵੱਡਾ ਜ਼ੁਲਮ ਢਾਤਾ ਸਾਡੇ ਤੇ। ਫਿਰ ਕਹਿੰਦੇ ਨੇ ਰੱਬ ਨੇ ਜ਼ੁਲਮ ਕਰ ਦਿੱਤਾ ਜੀ, ਇਹੋ ਜਿਹਾ ਰੋਗ ਲਾ ਦਿੱਤਾ ਹੈ, ਰੱਬ ਨੇ ਜ਼ੁਲਮ ਕਰਤਾ, ਸਾਨੂੰ ਭੁਲਾ ਦਿੱਤਾ ਹੈ, ਸਾਡੀ ਅਰਦਾਸ ਨਹੀਂ ਸੁਣਦਾ। ਰੱਬ ਪਤਾ ਨਹੀਂ ਕਿੱਥੇ ਲੁਕ ਗਿਆ। ਰੱਬ ਤਾਂ ਨਹੀਂ ਲੁਕਦਾ, ਰੱਬ ਤਾਂ ਦੇਖਦਾ ਹੈ, ਪਰ ਜੋ ਕੁਝ ਅਸੀਂ ਕਰ ਬੈਠੇ ਹਾਂ ਉੱਥੇ ਰੱਬ ਵੀ ਕੁਝ ਨਹੀਂ ਕਰ ਸਕਦਾ ਮਾਫ ਕਰਨਾ। ਕੁਦਰਤ ਦੇ ਨਿਯਮਾਂ ਨੂੰ ਕੋਈ ਨਹੀਂ ਬਦਲ ਸਕਦਾ। ਜੋ ਕੁਝ ਧਰਤੀ 'ਚ ਬੀਜਾਂਗੇ ਉਹ ਉਗਣਾ ਹੀ ਉਗਣਾ। ਇਹ ਨਹੀਂ ਕਿ ਧਰਤੀ 'ਚ ਬੀਜ ਤੇ ਕਿੱਕਰਾਂ ਦੇ ਬੀਜ ਹੁਣ ਪਾਠ ਕਰੀ ਜਾਓ ਜੀ ਇੱਥੇ ਅੰਬ ਲੱਗਣ, ਉਹ ਨਹੀਂ ਲੱਗਣਗੇ, ਉੱਥੇ ਕਿੱਕਰਾਂ ਦੇ ਬੀਜ ਹੀ ਉਹਨੂੰ ਕੰਡੇ ਹੀ ਲੱਗਣਗੇ। ਗੁਰਬਾਣੀ ਨੇ ਸਾਨੂੰ ਇੱਕ ਬੜਾ ਸੋਹਣਾ ਸੰਦੇਸ਼ ਦਿੱਤਾ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ। ਜ਼ਿੰਦਗੀ 'ਚ ਹਮੇਸ਼ਾ ਦੂਰ ਦ੍ਰਿਸ਼ਟੀ ਨਾਲ ਜਿਉਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਹੁਣ ਰੱਬ ਨੂੰ ਚੇਤੇ ਨਹੀਂ ਕਰਦੇ, ਪਰ ਜਦੋਂ ਬਿਪਤਾ ਆਈ ਫਿਰ ਰੱਬ ਰੱਬ ਕਰਨਗੇ, ਰੱਬ ਨੂੰ ਅਰਦਾਸਾਂ ਕਰਨਗੇ, ਦੁਆਵਾਂ ਕਰਨਗੇ। ਇਹ ਜਾਤ ਸਨਾਤੀ ਹੋਰ ਹਿੰਦਵਾਨੀਆਂ, ਇਹ ਪੀ ਲੇਖੈ ਲਾਏ ਵੇ ਲਾਲੋ। ਭਾਈ ਲਾਲੋ ਭਾਵੇਂ ਕੋਈ ਉੱਚੀ ਜਾਤ ਵਾਲਾ ਤੇ ਭਾਵੇਂ ਕੋਈ ਵੀ ਹੈ, ਭਾਵੇਂ ਕੋਈ ਹਿੰਦਵਾਣੀ ਹੈ ਤੇ ਭਾਵੇਂ ਕੋਈ ਮੁਸਲਮਾਨੀ, ਸਭ ਲੇਖੇ 'ਚ ਲੱਗ ਜਾਣੇ ਨੇ। ਸਮਾਂ ਇਹੋ ਜਿਹਾ ਆ ਰਿਹਾ ਹੈ ਜਿੱਦਾਂ ਦੇ ਇਹਨਾਂ ਦੇ ਹਾਲਾਤ ਹਨ। ਹੋਣ ਕੇ ਸੋਹਲੇ ਗਾਵੀਐ, ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ। ਜੀ ਕਹਿੰਦੇ ਉਹ ਲਾਲੋ ਇੱਥੇ ਤੇ ਖੂਨ ਦੇ ਸੋਹਲੇ ਗੀਤ ਆਏ। ਹੁਣ ਜਿਹੜੇ ਗੀਤ ਗਾ ਰਹੇ ਨਾ ਖੁਸ਼ੀਆਂ ਦੇ, ਤੇ ਰੱਬ ਭੁੱਲ ਗਿਆ। ਗੁਰਮਤਿ ਨੇ ਇਹ ਨਹੀਂ ਕਿਹਾ ਕਿ ਤੁਸੀਂ ਖੁਸ਼ੀਆਂ ਦੇ ਗੀਤ ਨਾ ਗਾਓ, ਗਾਉਣੇ ਚਾਹੀਦੇ ਨੇ, ਪਰ ਆਪਣੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਲੋਕਾਂ ਦੇ ਘਰਾਂ 'ਚ ਦੁੱਖ ਨਹੀਂ ਪਾਉਣੇ ਚਾਹੀਦੇ। ਲੋਕਾਂ ਦੀਆਂ ਖੁਸ਼ੀਆਂ ਗਵਾਉਣੀਆਂ ਨਹੀਂ ਚਾਹੀਦੀਆਂ। ਜਿਸ ਖੁਸ਼ੀ ਦੇ ਨਾਲ ਲੋਕਾਂ ਦੀਆਂ ਖੁਸ਼ੀਆਂ ਬਰਬਾਦ ਹੋ ਜਾਣ ਉਹ ਖੁਸ਼ੀ ਖੁਸ਼ੀ ਨਹੀਂ ਹੁੰਦੀ, ਉਹ ਤੇ ਦੁੱਖਾਂ ਨੂੰ ਆਵਾਜ਼ ਮਾਰ ਰਹੀ ਹੈ, ਉਹ ਖੁਸ਼ੀ ਨਹੀਂ ਹੈ। ਇਸ ਕਰਕੇ ਹੁਣ ਇਹ ਖੁਸ਼ੀਆਂ ਵਿੱਚ ਲੋਕਾਂ ਦੇ ਦੁੱਖਾਂ ਦਾ ਕਾਰਨ ਬਣਦੇ ਨੇ। ਭਾਈ ਲਾਲੋ ਇਸ ਸਥਾਨ ਤੇ ਜਿੱਥੇ ਹੁਣ ਕੇਵਲ ਤਾਂ ਕੇਵਲ ਇਹ ਲੋਕੀ ਮਾਇਆ 'ਚ ਮਸਤ ਹੋ ਕੇ, ਨਸ਼ਿਆਂ 'ਚ ਮਸਤ ਹੋ ਕੇ ਖੁਸ਼ੀਆਂ ਦੇ ਸੋਹਲੇ ਗਾ ਰਹੇ ਨੇ, ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ। ਔਰ ਇੱਥੇ ਕੀ ਹੋਏਗਾ, ਜਿਹੜਾ ਆ ਸਿਰ 'ਚ ਕੁੰਗੂ ਪਾਉਂਦੀਆਂ ਨੇ ਕੇਸਰ ਦਾ ਬੀਬੀਆਂ, ਇੱਥੇ ਰੱਤ ਕਾ ਕੁੰਗੂ ਪਾਏ ਵੇ ਲਾਲੋ। ਖੂਨ ਦੇ ਇੱਥੇ ਤਿਲਕ ਲੱਗਣਗੇ, ਖੂਨ ਦੇ ਨਾਲ ਇਹ ਕੁੰਗੂ ਪਾਉਣਗੇ। ਇਸ ਕੋ ਕਰਹੁ ਅਰਥ ਬਖਾਨ, ਕਹਿੰਦੇ ਦਾ ਅਰਥ ਸਤਿਗੁਰੂ ਜੀ ਨੇ ਸੁਣਾਇਆ ਉਸ ਵੇਲੇ। ਸੁਣੀਏ ਸਰੋਤਾ ਦੇ ਕਰ ਕਾਨ, ਸਰੋਤਾ ਜਨੋ ਧਿਆਨ ਦੇ ਨਾਲ ਇਹ ਬਚਨ ਸਰਵਣ ਕਰੋ। ਲਾਲੋ ਸੋ ਗੁਰ ਗਿਰਾ ਅਲਾਏ, ਸਤਿਗੁਰੂ ਜੀ ਨੇ ਭਾਈ ਲਾਲੋ ਜੀ ਦੇ ਨਾਲ ਗੱਲਬਾਤ ਕਰਦਿਆਂ ਇਹ ਬਚਨ ਉਚਾਰਨ ਕੀਤੇ। ਐਸੇ ਨਹਿ ਮਨ ਮਹਿ ਤੂੰ ਅਲਾਏ, ਮਰਦਾਨਿਆਂ ਦੇਖ ਮਨ 'ਚ ਨਾ ਖਿਆਲ ਕਰੀ ਕਿ ਕੋਈ ਅਸੀਂ ਬੁਰਾ ਕਹਿ ਰਹੇ ਹਾਂ ਕਿਸੇ ਨੂੰ। ਸਰਾਪ ਦੇ ਰੋਸ ਮਨ ਕੀਨੋ, ਅਸੀਂ ਕੋਈ ਸ਼ਰਾਪ ਨਹੀਂ ਦਿੰਦੇ, ਕੋਈ ਰੋਸ ਨਹੀਂ ਹੈ ਸਾਡੇ ਮਨ 'ਚ। ਸਾਹਿਬ ਕੀ ਆਏ ਸਹੀ ਚੀਨੋ, ਜੋ ਆਉਣ ਵਾਲੇ ਸਮੇਂ 'ਚ ਵਾਪਰਨਾ ਉਹ ਤੈਨੂੰ ਦੱਸ ਰਹੇ ਹਾਂ। ਦੇਖੋ ਰੱਬ ਦੇ ਰਸਤੇ 'ਚ ਕੋਈ ਸ਼ਰਾਪ ਨਹੀਂ ਚੱਲਦਾ, ਜੋ ਰੱਬ ਨੇ ਕਰਨਾ ਕੋਈ ਬਦਲ ਨਹੀਂ ਸਕਦਾ। ਔਰ ਜਿਹੜਾ ਸ਼ਰਾਪ ਦਾ ਨਾਂ ਤੇ ਕਿਹਾ ਜਾਂਦਾ ਫਲਾਣੀ ਨੇ ਸ਼ਰਾਪ ਦਿੱਤਾ, ਦਰਅਸਲ ਇਹ ਕੋਈ ਰੱਬ ਦੀ ਕੀਤੀ ਨੂੰ ਬਦਲ ਨਹੀਂ ਸਕਦਾ, ਇਹ ਕੁਦਰਤ ਦਾ ਨਿਯਮ ਹੈ। ਸਤਿਗੁਰੂ ਜੀ ਨੇ ਭਵਿੱਖਤ ਹਾਲਾਤ ਦੱਸੇ ਨੇ ਇਸ ਇਲਾਕੇ ਦੇ ਜਾਂ ਇਸ ਮੁਲਕ ਦੇ, ਕਿ ਆਉਣ ਵਾਲੇ ਸਮੇਂ 'ਚ ਜੋ ਕੁਝ ਇਹਨਾਂ ਲੋਕਾਂ ਦੇ ਲੱਛਣ ਨੇ ਜਾਂ ਜੋ ਕੁਝ ਇਹ ਕਰ ਰਹੇ ਨੇ ਉਹਦਾ ਨਤੀਜਾ ਕੀ ਨਿਕਲਣਾ ਉਹ ਮੈਂ ਦੱਸ ਰਿਹਾ ਹਾਂ। ਜਿਉ ਵਾਹਿਗੁਰੂ ਕਰਤ ਰਜਾਈ, ਜਿਵੇਂ ਪ੍ਰਮਾਤਮਾ ਰਜ਼ਾ ਕਰੇਗਾ ਤੈਸੇ ਹੀ ਮੈਂ ਕਹਿਤ ਬਣਾਈ। ਉਹ ਮੈਂ ਤੈਨੂੰ ਸੁਣਾ ਰਿਹਾ ਭਾਈ ਲਾਲੋ ਜੋ ਵਾਪਰਨਾ ਇੱਥੇ। ਲੋਕਣ ਇਹਾਂ ਪਾਪ ਜੋ ਕੀਨੰਗ, ਲੋਕਾਂ ਨੇ ਜੋ ਪਾਪ ਕਰਮ ਕੀਤੇ ਨੇ ਇਸ ਧਰਤੀ ਤੇ, ਸੋਭਾ ਕਾਬਲ ਮੈਂ ਤਨ ਧਰ ਲੀਨੰਗ। ਸਮਝੋ ਕਿ ਉਹ ਪਾਪ ਜਿਹੜੇ ਇਹਨਾਂ ਦੇ ਨੇ ਉਹਨਾਂ ਨੇ ਜਨਮ ਲੈ ਲਿਆ ਕਾਬਲ ਦੀ ਧਰਤੀ ਤੇ, ਕਾਬਲ ਤੋਂ ਚੱਲ ਕੇ ਆਉਣਾ ਇਹਨਾਂ ਨੂੰ ਪਾਪਾਂ ਦੀ ਸਜ਼ਾ ਦੇਣ ਵਾਲੇ ਨੇ। ਅਗ ਕੋ ਫਲ ਦੁਖ ਦੇਖ ਕਨੇਰਾ, ਇਹਨਾਂ ਦੇ ਪਾਪਾਂ ਦਾ ਇਹਨਾਂ ਨੂੰ ਬਹੁਤ ਭਾਰੀ ਦੁੱਖ ਮਿਲੇਗਾ। ਬਿਨ ਦੀਨੇ ਨ ਹੋਏ ਨ ਬੇਰਾ, ਕੁਦਰਤ ਦਾ ਇੱਕ ਨਿਯਮ ਹੈ ਕਿ ਕੁਦਰਤ ਕਿਸੇ ਦੀ ਕੀਤੀ ਹੋਈ ਘਾਲਣਾ ਨੂੰ ਬਿਰਥਾ ਨਹੀਂ ਜਾਣ ਦਿੰਦੀ। ਇੱਕ ਤਿਲ ਨਹੀਂ ਭੰਨੈ ਘਲ ਹੈ। ਜੋ ਵੀ ਤੁਸੀਂ ਕਰਦੇ ਹੋ ਵਧੀਆ ਕਰਦੇ ਹੋ ਤੇ ਤੁਹਾਡਾ ਇੱਕ ਤਿਲ ਜਿੰਨੀ ਘਾਲਣਾ ਅਕਾਰਥ ਨਹੀਂ ਜਾਏਗੀ। ਜੇ ਵਧੀਆ ਕੀਤੀ ਹੋਈ ਘਾਲਣਾ ਅਕਾਰਥ ਨਹੀਂ ਜਾਂਦੀ ਤੇ ਮਾੜੀ ਕੀਤੀ ਘਾਲਣਾ ਵੀ ਬਿਰਥਾ ਨਹੀਂ ਜਾਂਦੀ, ਉਹਦਾ ਫਲ ਵੀ ਜ਼ਰੂਰ ਮਿਲੇਗਾ। ਇਸ ਕਰਕੇ ਭਾਈ ਲਾਲੋ ਉਹ ਸਮਾਂ ਆ ਰਿਹਾ ਹੈ। ਸੋ ਸਤਿਗੁਰੂ ਸਾਹਿਬ ਜੀ ਅੱਗੇ ਜਿਵੇਂ ਬਚਨ ਕਰਨਗੇ ਇਹ ਵਾਰਤਾ ਕੱਲ ਨੂੰ ਸਰਵਣ ਕਰਾਂਗੇ। ਯਮਨਾਬਾਦ ਦੀ ਧਰਤੀ ਤੇ
ਨੇੜੇ ਸਨ ਸਤਿਗੁਰੂ ਜੀ ਜਦੋਂ ਬਾਬਰ ਚੜ ਕੇ ਆਇਆ, ਔਰ ਬਾਬਰ ਦੇ ਵੇਲੇ ਜੋ ਕਤਲੇਆਮ ਹੋਇਆ, ਜੋ ਉਸ ਵੇਲੇ ਉੱਥੇ ਦੇ ਹਾਲਾਤ ਬਣੇ, ਉਹ ਸ਼ਬਦ ਵੀ ਸਤਿਗੁਰੂ ਜੀ ਫਿਰ ਦੁਬਾਰਾ ਇੱਥੇ ਆ ਕੇ ਉਚਾਰਨ ਕਰਨਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਜੀ। ਗੁਰੂ ਕੀ ਇਹ ਗਾਥਾ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਕਰ ਦੇਣੀ। ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।